ਪ੍ਰਤਪਾਲਤ ਹੈ ਪੁੱਤਰ ਸਮ, ਕਰੈ ਸਨੇਹ ਵਿਸਾਲ। ਕਰਿਓ ਵਾਸ ਮਤਰਾ ਵਿਖੈ, ਸ਼ਾਂਤ ਹਿਰਦੈ ਚਿਰਕਾਲ। ਦੋਹਰਾ ਪ੍ਰਤਪਾਲਤ ਹੈ ਪੁੱਤਰ ਸਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ, ਲੋਕ ਪਰਲੋਕ ਦੇ ਰੱਖਿਅਕ। ਬਾਣੀ ਗੁਰੂ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਹੀ ਬੇਅੰਤ ਕਿਰਪਾ ਹੋ ਰਹੀ ਹੈ। ਸਤਿਗੁਰੂ ਜੀ ਦੀ ਰਹਿਮਤ ਦਾ ਸਦਕਾ ਸੰਧਿਆ ਦੇ ਦੀਵਾਨ ਵਿੱਚ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤੱਲਣ ਵਿਖੇ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਜੀ ਦੀ ਦਇਆ ਦਾ ਸਦਕਾ ਗੁਰਬਾਣੀ ਦਾ ਕੀਰਤਨ ਹੋਇਆ, ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ। ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਜੋ ਇਤਿਹਾਸ ਦੀ ਲੜੀਵਾਰ ਕਥਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਮਹਾਂਪੁਰਖਾਂ ਦੁਆਰਾ ਜੋ ਸੁੰਦਰ ਛੰਦਾਬੰਦੀ ਵਿੱਚ 14 ਜਿਲਦਾਂ ਦੇ ਵਿੱਚ ਸਤਿਗੁਰੂ ਸਾਹਿਬਾਨ ਦਾ ਇਤਿਹਾਸ ਲਿਖਿਆ ਗਿਆ ਹੈ, ਪੰਥ ਨੂੰ ਭੇਟਾ ਕੀਤਾ ਹੈ। ਸੋ ਇਹ ਕਥਾ ਆਪਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਰਵਣ ਕਰਦੇ ਆ ਰਹੇ ਹਾਂ ਔਰ ਇਸ ਵੇਲੇ ਇਹ ਕਥਾ ਬਿਲਕੁਲ ਛੇਕੜਲੇ ਪ੍ਰਸੰਗਾਂ ਦੇ ਉੱਤੇ ਪਹੁੰਚੀ ਹੋਈ ਹੈ। ਕੁਝ ਕੁ ਪ੍ਰਸੰਗ ਰਹਿ ਗਏ ਹਨ ਜਿਨ੍ਹਾਂ ਨੂੰ ਸਰਵਣ ਕਰਨ ਤੋਂ ਉਪਰੰਤ ਇਸ ਕਥਾ ਦਾ ਭੋਗ ਪੈ ਜਾਣਾ ਹੈ। ਸਤਿਗੁਰੂ ਦਸ਼ਮੇਸ਼ ਪਿਤਾ ਜੀ ਦਾ ਸੋਹਣਾ ਸੁੰਦਰ ਇਤਿਹਾਸ ਜਿਹੜਾ ਕਾਫੀ ਲੰਮੇ ਸਮੇਂ ਤੋਂ ਇਸ ਕਥਾ ਦੌਰਾਨ ਆਪਾਂ ਰਲ ਮਿਲ ਕੇ ਵਿਚਾਰਦੇ ਆ ਰਹੇ ਹਾਂ। ਇਨੀ ਦਿਨੀ ਸਤਿਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ, ਮਾਤਾ ਸੁੰਦਰੀ ਜੀ ਸਤਿਗੁਰੂ ਸਾਹਿਬ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਪੰਥ ਦੀ ਅਗਵਾਈ ਕਰ ਰਹੇ ਹਨ, ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰੂ ਜੀ ਗੁਰਤਾ ਗੱਦੀ ਦੇ ਗਏ ਸਨ। ਮਾਤਾ ਸਾਹਿਬ ਜੀ ਨੂੰ ਮਾਤਾ ਸਾਹਿਬ ਕੌਰ ਜੀ ਦੇ ਰਾਹੀਂ ਹਜੂਰ ਸਾਹਿਬ ਤੋਂ ਸਤਿਗੁਰੂ ਜੀ ਨੇ 6ਵੇਂ ਪਾਤਸ਼ਾਹ ਦੇ ਸ਼ਸਤਰ ਭੇਜੇ ਹਨ, ਜਿਨ੍ਹਾਂ ਦੀ ਪੂਜਾ, ਜਿਨ੍ਹਾਂ ਦੀ ਸੇਵਾ ਗੁਰੂ ਕਾ ਸਰੂਪ ਜਾਣ ਕੇ ਸਤਿਕਾਰਯੋਗ ਮਾਤਾ ਜੀ ਆਪ ਕਰ ਰਹੇ ਹਨ, ਸੰਗਤਾਂ ਤੋਂ ਕਰਵਾ ਰਹੇ ਹਨ। ਮਾਤਾ ਜੀ ਦੇ ਨਾਲ ਮਾਤਾ ਜੀ ਦਾ ਪਾਲਕ ਪੁੱਤਰ ਅਜੀਤ ਸਿੰਘ ਰਹਿ ਰਿਹਾ ਹੈ। ਜਦੋਂ ਸਤਿਗੁਰੂ ਜੀ ਮਾਤਾ ਜੀ ਨੂੰ ਦਿੱਲੀ ਵਿਖੇ ਛੱਡ ਕੇ ਹਜੂਰ ਸਾਹਿਬ ਵੱਲ ਜਾਣ ਲੱਗੇ ਸਨ, ਮਾਤਾ ਨੇ ਬੇਨਤੀ ਕਰਕੇ ਇਹ ਪਾਲਕ ਪੁੱਤਰ ਗੋਦ ਲਿਆ ਸੀ। ਸਤਿਗੁਰੂ ਜੀ ਨੇ ਮਨ੍ਹਾ ਵੀ ਕੀਤਾ, ਪਰ ਮਾਤਾ ਜੀ ਨੇ ਹਠ ਕਰਕੇ ਆਖਿਆ, ਸਤਿਗੁਰੂ ਸਾਹਿਬ ਜੀ ਆ ਸਾਰਾ ਪਰਿਵਾਰ ਵਿਛੜ ਚੁੱਕਿਆ ਹੈ, ਦਿੱਲੀ ਦੀ ਸੰਗਤ ਨਾਲ ਮੇਰੀ ਕੋਈ ਜਾਣ ਪਛਾਣ ਨਹੀਂ ਹੈ, ਜਿਸ ਕਰਕੇ ਮੈਂ ਇਕੱਲਤਾ ਮਹਿਸੂਸ ਕਰਾਂਗੀ। ਆਪ ਜੀ ਮੈਨੂੰ ਆ ਪੁੱਤਰ, ਆ ਬੱਚਾ ਲੈ ਕੇ ਦੇ ਦਿਓ ਤਾਂ ਕਿ ਇਹਨੂੰ ਮੈਂ ਆਪਣੇ ਪੁੱਤਰ ਵਜੋਂ ਪਾਲ ਸਕਾਂ।
ਮੇਰਾ ਮਨ ਭਰਚਿਆ ਰਹੇਗਾ। ਸਤਿਗੁਰੂ ਸਾਹਿਬ ਜੀ ਨੇ ਮਨਾ ਕੀਤਾ, ਪਰ ਮਾਤਾ ਜੀ ਨੇ ਆਖਿਆ, ਸਤਿਗੁਰੂ ਜੀ ਮੈਨੂੰ ਇਕੱਲੀ ਨੂੰ ਵੀ ਛੱਡ ਕੇ ਜਾ ਰਹੇ ਹੋ ਤੇ ਮੇਰੀ ਆ ਇੱਛਾ ਵੀ ਪੂਰੀ ਨਹੀਂ ਕਰਦੇ, ਆਪ ਜੀ ਕਿਰਪਾ ਕਰੋ। ਤੋ ਮਾਤਾ ਜੀ ਦੇ ਬਹੁਤ ਕਹਿਣ ਤੇ ਸਤਿਗੁਰੂ ਜੀ ਨੇ ਸੁਨਿਆਰੇ ਦਾ ਪੁੱਤਰ ਮਾਤਾ ਨੂੰ ਲੈ ਦਿੱਤਾ ਸੀ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵਰਗਾ ਚਿਹਰਾ ਮੋਹਰਾ, ਮੂੰਹ ਮੁਹਾਂਦਰਾ ਹੋਣ ਕਰਕੇ, ਨੈਣ ਨਕਸ਼ ਹੋਣ ਕਰਕੇ ਮਾਤਾ ਜੀ ਨੇ ਇਸ ਦਾ ਨਾਮ ਵੀ ਅਜੀਤ ਸਿੰਘ ਰੱਖਿਆ ਸੀ। ਸਤਿਗੁਰਾਂ ਨੇ ਬਚਨ ਕੀਤੇ ਸੀ ਕਿ ਅਜੀਤ ਸਿੰਘ ਤਾਂ ਅਜੀਤ ਸਿੰਘ ਹੈ, ਪਰ ਇਹ ਜਿਹੜਾ ਪਾਲਕ ਪੁੱਤਰ ਨੂੰ ਅਜੀਤ ਸਿੰਘ ਸਮਝਣ ਦਾ ਭੁਲੇਖਾ ਕਰ ਰਹੀ ਹੈ, ਤੈਨੂੰ ਬਹੁਤ ਦੁੱਖ ਦੇਵੇਗਾ। ਤੇ ਆਪਾਂ ਪਿੱਛੇ ਇਤਿਹਾਸਕ ਪ੍ਰਸੰਗਾਂ ਵਿੱਚ ਸੁਣਿਆ ਕਿਵੇਂ ਮਾਤਾ ਜੀ ਨੂੰ ਬਹੁਤ ਦੁਖੀ ਕੀਤਾ, ਕਿੰਨੀਆਂ ਇਹਨੇ ਮਨਮਤਾਂ ਕੀਤੀਆਂ। ਕਦੇ ਛੇਵੇਂ ਪਾਤਸ਼ਾਹ ਜੀ ਦੇ ਪੂਜਣਯੋਗ ਸ਼ਾਸਤਰਾਂ ਨੂੰ ਧਾਰਨ ਦੀ ਜਿੱਦ ਕਰਕੇ ਮਾਤਾ ਜੀ ਦੇ ਉੱਤੇ ਹਮਲਾ ਕਰਦਾ, ਕਦੇ 60 ਘੋੜਸਵਾਰ ਅਸਵਾਰਾਂ ਦੇ ਸਮੇਤ ਦਿੱਲੀ ਦੀਆਂ ਗਲੀਆਂ ਵਿੱਚ ਵਿਚਰਦਾ ਤੇ ਇਹਦੇ ਚੌਕੀਦਾਰ ਹੋਕਾ ਦਿੰਦੇ ਹਨ ਕਿ ਮੁਸਲਮਾਨਾਂ ਦੀ ਜਾਮਾ ਮਸਜਿਦ ਸਾਡੇ ਗੁਰੂ ਅਜੀਤ ਸਿੰਘ ਨੂੰ ਮੱਥਾ ਟੇਕਦੀ ਹੈ, ਸਿਰ ਝੁਕਾਉਂਦੀ ਹੈ, ਜਿਸ ਕਾਰਨ ਬਾਦਸ਼ਾਹ ਨੇ ਇਹਦੇ ਉੱਤੇ ਦਬਾਅ ਪਾਇਆ ਤੇ ਇਹਨੇ ਆਪਣੇ ਕੇਸ ਕਤਲ ਕਰਕੇ ਜੂੜਾ ਕੱਟ ਕੇ ਬਾਦਸ਼ਾਹ ਦੇ ਭੇਜ ਦਿੱਤਾ ਸੀ। ਮਾਤਾ ਜੀ ਬਹੁਤ ਦੁਖੀ ਹੋਏ, ਬੜੇ ਗੁੱਸੇ ਹੋਏ ਸਨ, ਇਹਨੂੰ ਬੁਲਾਉਣਾ ਛੱਡ ਦਿੱਤਾ ਸੀ। ਉਸ ਤੋਂ ਬਾਅਦ ਇਹਨੇ ਇੱਕ ਬੇਨਵਾ ਸਾਧ ਮਾਰ ਦਿੱਤਾ ਸੀ, ਜਿਸ ਕਰਕੇ ਕਾਫੀ ਜੰਗ ਵੀ ਹੋਈ। ਜੰਗ ਦੇ ਵਿੱਚ ਇਹਦੇ ਨਾਲ ਦੇ ਸਾਥੀ ਮਾਰੇ ਗਏ ਤੇ ਆਪ ਇਹ ਕਲਾਲਾਂ ਦੇ ਘਰ ਜਾ ਛੁਪਿਆ ਸੀ ਆਪਣੇ ਚੇਲਿਆਂ ਦੇ। ਉਹਨਾਂ ਨੇ ਡਰਦੇ ਮਾਰਿਆਂ ਨੇ ਜਦੋਂ ਡੌਂਡੀ ਪਟਵਾਈ ਬਾਦਸ਼ਾਹ ਨੇ, ਮੁਹੰਮਦ ਸ਼ਾਹ ਰੰਗੀਲੇ ਨੇ, ਕਿ ਜੇ ਸਾਨੂੰ ਪਤਾ ਲੱਗ ਗਿਆ ਕਿਸੇ ਨੇ ਇਹਨੂੰ ਆਪਣੇ ਘਰ ਰੱਖਿਆ, ਜਿਹਦੇ ਘਰ ਦੇ ਵਿੱਚ ਵੀ ਲੁਕਿਆ ਹੋਇਆ, ਤੇ ਅਸੀਂ ਉਹਨਾਂ ਦਾ ਸਾਰਾ ਪਰਿਵਾਰ ਮਾਰ ਦੇਵਾਂਗੇ। ਇਹਨੇ ਡਰਦੇ ਮਾਰੇ ਨੇ ਆ ਕੇ ਮੁਹੰਮਦ ਸ਼ਾਹ ਦੇ ਕੋਲ ਦੱਸ ਦਿੱਤਾ ਸੀ ਕਿ ਜੀ ਮੇਰੇ ਘਰ ਅਜੀਤ ਸਿੰਘ ਧੱਕੇ ਨਾਲ ਤੂੜੀ ਵਾਲੇ ਕਮਰੇ ਵਿੱਚ ਲੁਕਿਆ ਬੈਠਾ, ਤੇ ਤੁਸੀਂ ਉਹਨੂੰ ਆਪਣੇ ਬੰਦੇ ਭੇਜ ਕੇ ਉੱਥੋਂ ਗ੍ਰਿਫਤਾਰ ਕਰ ਲਓ। ਇਉਂ ਉੱਥੋਂ ਫੜਿਆ ਗਿਆ ਸੀ, ਹਾਥੀ ਦੇ ਪੈਰ ਦੇ ਨਾਲ ਬੰਨ੍ਹ ਕੇ ਇਹਨੂੰ ਦਿੱਲੀ ਸ਼ਹਿਰ ਦੇ ਵਿੱਚ ਘੜੀਸਿਆ ਗਿਆ। ਇਹਦੇ ਤਨ ਦੇ ਉੱਤੋਂ ਚਮੜੀ ਲੱਥ ਗਈ, ਹੱਡੀਆਂ ਨਿਕਲ ਆਈਆਂ। ਜਦੋਂ ਪਹਾੜੀ ਇਲਾਕੇ ਦੇ ਵਿੱਚ ਇਹ ਹਾਥੀ ਵਿਚਰਦਾ ਸੀ, ਇਹ ਪਿੱਛੇ ਪਿੱਛੇ ਬੰਨ੍ਹਿਆ ਹੋਇਆ ਘੜੀਸੀ ਦਾ, ਤੇ ਉੱਚੇ ਨੀਵੇਂ ਥਾਂ ਦੇ ਵਿੱਚ ਅਗਾਂਹ ਚਲਿਆ ਗਿਆ। ਹਾਥੀ ਦਾ ਪੈਰ ਇਹਦੇ ਸਿਰ ਉੱਤੇ ਰੱਖਿਆ ਗਿਆ, ਇਹਦਾ ਕਚੂਮਰ ਕੱਢ ਦਿੱਤਾ ਸੀ ਹਾਥੀ ਨੇ। ਇਉਂ ਇਹਦੀ ਬੜੀ ਭੈੜੀ ਹਾਲਤ ਹੋਈ ਸੀ ਕਿ ਉਹ ਮਾਤਾ ਨੇ ਬਚਨ ਕੀਤੇ ਸਨ ਕਿ ਤੂੰ ਸਤਿਗੁਰੂ ਦੀ ਬਖਸ਼ਿਸ਼, ਕੇਸ ਗੁਰੂ ਕੀ ਮੋਹਰ, ਇਹਨਾਂ ਦੀ ਨਰਾਦਰੀ ਕੀਤੀ ਹੈ, ਇਸ ਕਰਕੇ ਤੂੰ ਬਹੁਤ ਦੁਖੀ ਹੋ ਕੇ ਮਰੇਂਗਾ, ਜਵਾਨੀ ਨਹੀਂ ਮਾਣੇਗਾ। ਕਮੌਤੇ ਮਰਿਆ। ਮਾਤਾ ਦੇ ਬਚਨ ਸਤ ਹੋਏ। ਇੱਧਰ ਜਦੋਂ ਜੰਗ ਚੱਲ ਰਹੀ ਸੀ, ਇਹਦੇ ਘਰ ਨੂੰ ਘੇਰਾ ਪਿਆ ਹੋਇਆ ਸੀ, ਤਾਂ ਉਸ ਵੇਲੇ ਇਹਨੇ ਆਪਣੀ ਘਰਵਾਲੀ ਤੇ ਆਪਣੇ ਪੁੱਤਰ ਹਠੀ ਸਿੰਘ ਨੂੰ ਪਾਟੇ ਪੁਰਾਣੇ ਕੱਪੜੇ ਪਵਾ ਕੇ ਉੱਥੋਂ ਕੱਢ ਦਿੱਤਾ ਸੀ। ਮਾਤਾ ਜੀ ਕੋਲ ਜਾਣ ਦਾ ਬਚਨ ਕੀਤਾ ਸੀ। ਇਹ ਮਾਤਾ ਜੀ ਕੋਲ ਚਲੇ ਗਏ। ਮਾਤਾ ਜੀ ਦੇ ਬਹੁਤ ਮਿੰਨਤਾਂ ਤਰਲੇ ਕੀਤੇ। ਸ਼ਰਨ ਆਏ ਜਾਣ ਕੇ ਮਾਤਾ ਜੀ ਨੇ ਇਹਨਾਂ ਦੀ ਮਦਦ ਕਰਨ ਦੀ ਸੋਚੀ। ਦਿੱਲੀ ਦੇ ਮੁਖੀ ਸਿੱਖਾਂ ਦੇ ਨਾਲ ਵਿਚਾਰ ਕਰਕੇ ਸਤਿਕਾਰਯੋਗ ਮਾਤਾ ਸੁੰਦਰੀ ਜੀ, ਉਹਨਾਂ ਨੇ ਇੱਕ ਰੱਥ ਮੰਗਾਇਆ। ਉਸ ਵਿੱਚ ਅਜੀਤ ਸਿੰਘ ਦੀ ਘਰਵਾਲੀ ਆਪਣੀ ਨੂੰਹ ਤੇ ਅਜੀਤ ਸਿੰਘ ਦੇ ਪੁੱਤਰ ਹਠੀ ਸਿੰਘ ਆਪਣੇ ਪੋਤਰੇ ਨੂੰ ਬਿਠਾ ਕੇ ਮਾਤਾ ਜੀ ਭਰਤਗੜ੍ਹ ਜਾਂ ਭਰਤਪੁਰ ਆ ਗਏ ਸਨ, ਜਿੱਥੇ 2 ਦਿਨ ਰਹੇ। ਉੱਥੋਂ ਦੇ ਰਾਜੇ ਨੇ ਡਰਦੇ ਮਾਰੇ ਨੇ ਬੇਨਤੀ ਕਰਕੇ ਸਿਪਾਹੀ ਦੇ ਰਾਹੀਂ ਉੱਥੋਂ ਮਾਤਾ ਜੀ ਨੂੰ ਚਲੇ ਜਾਣ ਦੇ ਲਈ ਆਖਿਆ। ਮਾਤਾ ਜੀ ਆਪਣੀ ਨੂੰਹ ਅਤੇ ਪੋਤਰੇ ਨੂੰ ਨਾਲ ਲੈ ਕੇ ਫਿਰ ਸਾਧ ਸੰਗਤ ਜੀ ਮਥੁਰਾ ਵਿਖੇ ਚਲੇ ਗਏ ਸਨ। ਮਥੁਰਾ ਦਾ ਜਿਹੜਾ ਹਾਕਮ ਸੀ, ਉਹਨੇ ਮਾਤਾ ਜੀ ਦਾ ਬੜਾ ਆਦਰ ਸਤਿਕਾਰ ਕੀਤਾ ਔਰ ਆਖਿਆ, ਮਾਤਾ ਜੀ ਅਸੀਂ ਤੁਹਾਡੇ ਰਹਿਣ ਦਾ ਸਾਰਾ ਇੰਤਜ਼ਾਮ ਕਰਾਂਗੇ, ਆਪ ਜੀ ਕਿਰਪਾ ਕਰਕੇ ਸਾਡੇ ਇਸ ਮਥੁਰਾ ਨਗਰੀ ਦੇ ਵਿੱਚ ਰਹੋ। ਉਨੀ ਦਿਨੀ ਇਹ ਮਥੁਰਾ ਨਗਰ ਸੀ ਨਾ ਜਿਹੜਾ, ਇਹ ਸਾਧ ਸੰਗਤ ਜੈਪੁਰ ਰਿਆਸਤ ਦਾ ਇਹ ਨਗਰ ਸੀ।
ਜੈਪੁਰ ਰਿਆਸਤ ਦੇ ਵਿੱਚ ਪੈਂਦਾ ਸੀ। ਤੋ ਇਸ ਹਾਕਮ ਨੇ ਆਖਿਆ ਕਿ ਮਾਤਾ ਜੀ, ਜੈਪੁਰ ਦਾ ਜਿਹੜਾ ਰਾਜਾ ਉਹ ਗੁਰੂ ਘਰ ਦਾ ਬੜਾ ਸ਼ਰਧਾਲੂ ਤੁਹਾਡਾ ਸੇਵਾਦਾਰ ਹੈ, ਮੈਂ ਉਸ ਪਾਸ ਵੀ ਸੁਨੇਹਾ ਪਹੁੰਚਾਵਾਂਗਾ ਅਤੇ ਉਹ ਆਪ ਜੀ ਦੇ ਰਹਿਣ ਦਾ ਸੋਹਣਾ ਇੰਤਜ਼ਾਮ ਇੱਥੇ ਕਰ ਦੇਵੇਗਾ। ਜਦੋਂ ਰਾਜੇ ਕੋਲ ਮਾਤਾ ਜੀ ਦੇ ਆਉਣ ਦੀ ਖਬਰ ਇਹ ਹਾਕਮ ਨੇ ਪਹੁੰਚਾਈ ਤਾਂ ਉਸ ਨੇ 2 ਪਿੰਡਾਂ ਦੀ ਜਾਗੀਰ ਮਾਤਾ ਜੀ ਦੇ ਨਾਮ ਲਵਾ ਦਿੱਤੀ ਸੀ। 2 ਪਿੰਡਾਂ ਦੇ ਸਾਧ ਸੰਗਤ ਜੀ ਜੋ ਟੈਕਸ ਸੀ, ਮਾਲੀਆ ਸੀ, ਉਹ ਮਾਤਾ ਜੀ ਕੋਲ ਆਉਂਦਾ। ਸਿੱਖ ਸੰਗਤਾਂ ਵੀ ਇੱਥੇ ਬਹੁਤ ਆਉਣ ਲੱਗ ਪਈਆਂ। ਇਸੇ ਤਰ੍ਹਾਂ ਮਾਤਾ ਜੀ ਨੂੰ ਨਵਾਂ ਸੁੰਦਰ ਘਰ ਬਣਾ ਕੇ ਦਿੱਤਾ, ਜਿਸ ਨੂੰ ਮਥੁਰਾ ਦੇ ਵਿੱਚ ਮਾਤਾ ਸੁੰਦਰੀ ਜੀ ਦੀ ਹਵੇਲੀ ਕਹਿੰਦੇ ਹਨ। ਸੋ ਇਸ ਪ੍ਰਕਾਰ ਮਾਤਾ ਜੀ ਆਪਣੀ ਨੂੰਹ ਅਤੇ ਪੋਤਰੇ ਹਠੀ ਸਿੰਘ ਦੇ ਨਾਲ ਇੱਥੇ ਰਹਿੰਦੇ ਆ। ਹੌਲੀ ਹੌਲੀ ਹਠੀ ਸਿੰਘ ਜਵਾਨੀ ਵੱਲ ਵੱਧ ਰਿਹਾ। 16 ਸਾਲਾਂ ਦਾ ਜਿਸ ਵੇਲੇ ਹੋਇਆ, ਇਹਦੇ ਮਨ ਦੇ ਵਿੱਚ ਵੀ ਚਾਅ ਪੈਦਾ ਹੋਇਆ ਕਿ ਮੈਂ ਆਪਣੇ ਪਿਤਾ ਅਜੀਤ ਸਿੰਘ ਵਾਂਗੂ ਗੁਰੂ ਕਹਾਵਾਂ। ਹਾਲਾਂਕਿ ਮਾਤਾ ਨੇ ਬੜੀ ਸੋਹਣੀ ਪਰਵਰਿਸ਼ ਕੀਤੀ, ਇਹਨੂੰ ਆਪਣੇ ਕੋਲ ਬਿਠਾਉਂਦੇ, ਭੋਜਨ ਛਕਾਉਂਦੇ ਹੱਥੀਂ, ਸੋਹਣੇ ਸੁੰਦਰ ਵਸਤਰ, ਅਸਵਾਰੀ ਵਾਸਤੇ ਘੋੜਾ ਲੈ ਕੇ ਦਿੱਤਾ, ਚੰਗੇ ਗਹਿਣਿਆਂ ਦੇ ਨਾਲ ਸ਼ਿੰਗਾਰਿਆ। ਇਹ ਬੜਾ ਸੱਜਦਾ ਫੱਬਦਾ ਰਹਿੰਦਾ। ਮਾਤਾ ਜੀ ਆਪਣੇ ਕੋਲ ਬਿਠਾ ਕੇ ਇਹਨੂੰ ਗੁਰਬਾਣੀ ਪੜ੍ਹਾਉਂਦੇ, ਪਰ ਇਹਦੇ ਕਰਮ ਐਸੇ, ਮਨ ਵਿੱਚ ਇਹਦੇ ਭਾਵਨਾ ਬਣ ਆਈ ਕਿ ਮੈਂ ਵੀ ਆਪਣੇ ਪਿਤਾ ਅਜੀਤ ਸਿੰਘ ਦੇ ਵਾਂਗੂ ਠਾਠ ਬਾਠ ਨਾਲ ਰਹਾਂ, ਗੁਰੂ ਕਹਾਵਾਂ, ਲੋਕ ਮੇਰੀ ਪੂਜਾ ਕਰਨ। ਮਾਤਾ ਜੀ ਉਮਰ ਬਿਰਧ ਹੁੰਦੀ ਜਾ ਰਹੀ ਆ, ਇਹ ਜਵਾਨ ਹੁੰਦਾ ਜਾ ਰਿਹਾ ਹੈ। ਅਤੇ ਸਾਧ ਸੰਗਤ ਜੀ ਇਹਨੇ ਕੀ ਕੀਤਾ, ਆਪਣੇ ਪਿਤਾ ਵਾਂਗ ਆਪਣੇ ਨਾਲ 60 ਕੁ ਘੋੜ ਸਵਾਰ ਸੂਰਮੇ ਰੱਖ ਲਏ। ਸਭ ਤੋਂ ਵੱਡੀ ਅਵੱਗਿਆ ਇਹਨੇ ਜਿਹੜੀ ਕੀਤੀ, ਬਾਕੀ ਸਭ ਕੁਝ ਇਹਨੇ ਆਪਣੇ ਪਿਤਾ ਵਾਲੇ ਕਰਮ ਕੀਤੇ, ਉਹਨਾਂ ਕਰਤੂਤਾਂ 'ਤੇ ਉੱਤਰ ਆਇਆ ਅਜੀਤ ਸਿੰਘ ਵਾਲਿਆਂ 'ਤੇ। ਪਰ ਸਭ ਤੋਂ ਮਾੜਾ ਕੰਮ ਜਿਹੜਾ ਇਹਨੇ ਕੀਤਾ, ਇਹ ਚਾਹੁੰਦਾ ਸੀ ਮੈਨੂੰ ਲੋਕ ਗੁਰੂ ਕਹਿਣ, ਮੈਂ ਵੀ ਬਾਣੀ ਉਚਾਰਨ ਕਰਾਂ। ਬੜੇ ਇਹਨੇ ਯਤਨ ਕੀਤੇ, ਪਰ ਇਹ ਤੁਕਬੰਦੀ ਨਾ ਬਣੇ, ਗੁਰਬਾਣੀ ਉਤਰੇ ਹੀ ਨਾ। ਬੜੀ ਮਗਜ ਖਪਾਈ ਕੀਤੀ, ਪਰ ਇਹ ਬਾਣੀ ਵਰਗਾ ਇੱਕ ਵੀ ਸ਼ਬਦ ਨਾ ਲਿਖ ਸਕਿਆ, ਕਿਉਂਕਿ ਗੁਰਬਾਣੀ ਸਾਧ ਸੰਗਤ ਜੀ ਨਿਰਮਲ ਹਿਰਦਿਆਂ ਦੇ ਵਿੱਚ ਉਤਰੀ ਹੋਈ ਹੈ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰੀਸ ਕਰਕੇ ਜੇ ਕੋਈ ਹੋਰ ਗੁਰਬਾਣੀ ਉਚਾਰਨਾ ਚਾਹੇ, ਇਹ ਸੋਚੇ, ਇਹ ਆਖੇ ਕਿ ਮੈਨੂੰ ਵੀ ਲੋਕ ਗੁਰੂ ਮੰਨਣ ਲੱਗ ਪੈਣਗੇ, ਮੈਂ ਇਹੋ ਜਿਹੀ ਬਾਣੀ ਰਚ ਲਵਾਂਗਾ, ਇਹ ਕੋਈ ਦੁਨਿਆਵੀ ਕਵਿਤਾ ਨਹੀਂ ਹੈ, ਕੋਈ ਗੀਤਕਾਰਾਂ ਦਾ ਬਣਾਇਆ ਹੋਇਆ ਗੀਤ ਨਹੀਂ ਹੈ। ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਤਾਂ ਧੁਰ ਦਰਗਾਹ ਤੋਂ ਜੋ ਇਲਾਹੀ ਇਲਹਾਮ ਰੱਬ ਦੇ ਪਿਆਰਿਆਂ ਸੰਤਾਂ, ਭਗਤਾਂ, ਗੁਰਸਿੱਖਾਂ, ਮਹਾਂਪੁਰਖਾਂ, ਗੁਰੂ ਸਾਹਿਬਾਨ ਨੂੰ ਹੋਇਆ, ਉਸ ਗਿਆਨ ਨੂੰ ਉਹਨਾਂ ਮਹਾਂਪੁਰਖਾਂ ਦੀ ਰਸਨਾ ਦੁਆਰਾ ਪ੍ਰਗਟ ਕੀਤਾ ਗਿਆ, ਬਾਣੀ ਦੀ ਲਿਖਤ ਕੀਤੀ ਗਈ, ਜਿਸ ਕਰਕੇ ਸਾਧ ਸੰਗਤ ਜੀ ਗੁਰਬਾਣੀ ਦਾ ਜਿਹੜਾ ਸ਼ੁੱਧ ਸਰੂਪ ਅੱਜ ਸਾਡੇ ਕੋਲ ਹੈ, ਸਾਡੇ ਤੱਕ ਪਹੁੰਚਿਆ ਹੋਇਆ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਪਹਿਲੇ ਦੋਵੇਂ ਗੁਰੂ ਸਾਹਿਬਾਨ ਦੀ ਗੁਰਬਾਣੀ ਨੂੰ ਇਕੱਤਰ ਕਰਵਾਇਆ। ਦੋਵੇਂ ਗੁਰੂ ਸਾਹਿਬਾਨ, ਉਹਨਾਂ ਦੀ ਗੁਰਬਾਣੀ ਜਿਹੜੀ ਇਕੱਤਰ ਹੋ ਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਕੋਲ ਪਹੁੰਚੀ, ਇਹ ਗੁਰੂ ਘਰ ਦੇ ਵਿੱਚ ਮਰਿਆਦਾ ਰਹੀ ਕਿ ਜਿਸ ਵੀ ਗੁਰੂ ਸਾਹਿਬ ਨੇ ਅੱਗੇ ਗੁਰਤਾ ਗੱਦੀ ਦੇਣੀ ਹੁੰਦੀ ਤਾਂ ਉਹ ਨਾਲ ਹੀ ਆਪਣੀ ਗੁਰਬਾਣੀ ਦੀ ਪੋਥੀ, ਆਪਣੇ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਪੋਥੀ ਵੀ ਨਾਲ ਹੀ ਬਖਸ਼ਿਸ਼ ਕਰ ਦਿੰਦੇ ਸਨ ਆਪਣੇ ਅਗਲੇ ਉੱਤਰਾਧਿਕਾਰੀ ਨੂੰ।
ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਲ ਪਹੁੰਚੀ। ਦੋਵੇਂ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਕੋਲੇ ਪਹੁੰਚੀ। ਔਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਆਪਣੇ ਪੋਤਰੇ ਬਾਬਾ ਮੋਹਨ ਜੀ ਦੇ ਪੁੱਤਰ ਨੂੰ ਲਿਖਾਰੀ ਲਾ ਕੇ ਇਹ ਗੁਰਬਾਣੀ ਇੱਕ ਜਗ੍ਹਾ ਦੇ ਉੱਤੇ ਲਿਖਵਾਈ, ਇਕੱਤਰ ਕੀਤੀ। ਉਸ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ। ਇਸ ਸਾਰੀ ਗੁਰਬਾਣੀ ਨੂੰ ਹੋਰ ਸੰਤਾਂ ਮਹਾਂਪੁਰਖਾਂ ਭਗਤਾਂ ਦੀ ਗੁਰਸਿੱਖਾਂ ਦੀ ਗੁਰਬਾਣੀ ਨੂੰ ਇਕੱਤਰ ਕੀਤਾ। ਸਾਰੀ ਬਾਣੀ ਇਕੱਤਰ ਕਰਕੇ ਇੱਕ ਗ੍ਰੰਥ, ਇੱਕ ਪੋਥੀ ਪਰਮੇਸ਼ਰ ਕਾ ਥਾਨ ਦੇ ਰੂਪ ਦੇ ਵਿੱਚ ਇਸ ਦੀ ਲਿਖਾਈ ਕਰਵਾਈ ਗਈ, ਸੰਪਾਦਨ ਕਰਵਾਇਆ ਗਿਆ। ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਰਾਮਸਰ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਅੰਮ੍ਰਿਤਸਰ ਸਾਹਿਬ। ਧੰਨ ਕਹੋ ਗੁਰੂ ਅਰਜਨ ਕਉ ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕੈ ਗ੍ਰੰਥ ਕੀਓ ਹੈ ਸੁਮੇਰ ਸਮਾਨਾ। 30 ਰਾਗਾਂ ਦੇ ਵਿੱਚ ਤੇ ਰਾਗਾਂ ਤੋਂ ਵਧੇਕ ਸ਼ਲੋਕ, ਵਾਰਾਂ ਤੇ ਵਧੇਕ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਗੁਰਬਾਣੀ ਦੀ ਪੋਥੀ ਆਪ ਲਿਖਵਾਈ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੁਰਬਾਣੀ ਦਾ ਸ਼ੁੱਧ ਸਰੂਪ ਸਾਡੇ ਤੱਕ ਪਹੁੰਚਾਇਆ। ਨਹੀਂ ਤਾਂ ਬਹੁਤ ਸਾਰੇ ਐਸੇ ਵੀ ਲੋਕ ਸਨ, ਕਵੀ ਜਨ, ਜਿਹੜੇ ਆਪਣੀ ਕਵਿਤਾ ਲਿਖਦੇ ਪਰ ਵਿੱਚ ਨਾਨਕ ਨਾਮ ਲਿਖ ਕੇ ਸੰਗਤ ਨੂੰ ਇਹ ਭੁਲੇਖਾ ਪਾਉਂਦੇ ਸਨ ਕਿ ਇਹ ਗੁਰੂ ਕੀ ਬਾਣੀ ਹੈ। ਕਿਉਂਕਿ ਗੁਰੂ ਕੀ ਬਾਣੀ, ਗੁਰੂ ਸਾਹਿਬਾਨਾਂ ਦੀ ਜਿਹੜੀ ਬਾਣੀ ਹੈ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਜਿੰਨੇ ਵੀ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਉਚਾਰਨ ਕੀਤੀ ਹੈ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾ ਜਾਂ ਮਹੱਲਾ ਨਾਵਾ, ਸਾਰੇ ਮਹੱਲਿਆਂ ਨੇ, ਸਾਰੇ ਗੁਰੂ ਸਾਹਿਬਾਨਾਂ ਨੇ, ਸਭ ਪਾਤਸ਼ਾਹੀਆਂ ਨੇ ਨਾਨਕ ਨਾਮ ਦੀ ਮੋਹਰ ਲਾ ਕੇ ਸ਼ਬਦ ਦੀ ਸਮਾਪਤੀ ਕੀਤੀ ਹੈ। ਸੋ ਇਸ ਪ੍ਰਕਾਰ ਹੋਰ ਜਿਹੜੇ ਲੋਕ ਸੀ ਉਹ ਵੀ ਸਾਧ ਸੰਗਤ ਜੀ ਨਾਨਕ ਨਾਮ ਵਿੱਚ ਰੱਖ ਕੇ ਆਪਣੀਆਂ ਕਵਿਤਾਵਾਂ ਇਹ ਭੁਲੇਖਾ ਪਾਉਣ ਵਾਸਤੇ ਸੰਗਤਾਂ ਨੂੰ ਰਚ ਦਿੰਦੇ ਸਨ ਕਿ ਇਹ ਵੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ। ਜਿਵੇਂ ਸ਼ਬਦ ਆਉਂਦੇ ਹੈ, ਆਪ ਦਿਆ ਸੋ ਦੂਧ ਬਰਾਬਰ, ਮਾਂਗ ਲਿਆ ਸੋ ਪਾਨੀ, ਸੋ ਝਿੜਕ ਦਿਆ ਸੋ ਰਕਤ ਬਰਾਬਰ, ਕਹਿ ਨਾਨਕ ਨਿਰਬਾਣੀ। ਹੁਣ ਸੁਣਨ ਨੂੰ ਲੱਗੇਗਾ ਕਿ ਇਹ ਨਾਨਕ ਨਾਮ ਆਇਆ, ਇਹ ਗੁਰੂ ਕੀ ਬਾਣੀ ਹੈ, ਪਰ ਇਹ ਗੁਰੂ ਕੀ ਬਾਣੀ ਨਹੀਂ। ਆਮ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ, ਪੋਸਤ ਭੰਗ ਅਫੀਮ ਮਦ, ਉੱਤਰ ਜਾਤ ਪ੍ਰਭਾਤ, ਨਾਮ ਖੁਮਾਰੀ ਨਾਨਕਾ, ਚੜ੍ਹੀ ਰਹੇ ਦਿਨ ਰਾਤ। ਇਹ ਵੀ ਗੁਰਬਾਣੀ ਨਹੀਂ ਹੈ। ਹਾਲਾਂਕਿ ਨਾਨਕ ਸ਼ਬਦ ਆਉਂਦਾ ਹੈ ਪਰ ਇਹ ਗੁਰਬਾਣੀ ਨਹੀਂ ਹੈ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਉਸ ਵੇਲੇ ਦੇ ਕਵੀਆਂ ਨੇ ਜਾਂ ਆਪਣੇ ਆਪ ਨੂੰ ਗੁਰੂ ਕਹਾਉਣ ਦੇ ਲੋਭੀਆਂ ਨੇ ਉਚਾਰਨ ਕੀਤੇ, ਪਰ ਗੁਰੂ ਕੇ ਸਿੱਖ ਸਮਝ ਜਾਂਦੇ ਸਨ ਇਹ ਗੁਰੂ ਕੀ ਬਾਣੀ ਨਹੀਂ ਹੈ, ਗੁਰੂ ਕੇ ਆਸ਼ੇ ਅਨੁਸਾਰ ਨਹੀਂ ਹੈ, ਗੁਰੂ ਕੇ ਸਿਧਾਂਤ ਦੇ ਮੁਤਾਬਕ ਨਹੀਂ ਹੈ। ਹੋਰ ਵੀ ਬਹੁਤ ਸਾਰੇ ਸੰਤ ਭਗਤ ਆਏ ਸਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ, ਜਿਸ ਵੇਲੇ ਗੁਰਬਾਣੀ ਦਾ ਸਰੂਪ ਦਾ ਸੰਪਾਦਨ ਕਰਦੇ ਸਨ, ਲਿਖਾ ਰਹੇ ਸਨ ਗੁਰਬਾਣੀ ਭਾਈ ਗੁਰਦਾਸ ਜੀ ਤੋਂ ਰਾਮਸਰ ਸਾਹਿਬ ਦੀ ਧਰਤੀ ਦੇ ਉੱਤੇ। ਪਰ ਜਿਨ੍ਹਾਂ ਦਾ ਸਿਧਾਂਤ ਗੁਰਮਤਿ ਦੇ ਨਾਲ ਮੇਲ ਨਹੀਂ ਖਾਂਦਾ ਸੀ, ਉਹਨਾਂ ਨੂੰ ਸਤਿਗੁਰੂ ਨੇ ਮਨ੍ਹਾ ਕਰ ਦਿੱਤਾ ਸੀ। ਭਗਤ ਛੱਜੂ ਜੀ ਵਰਗੇ, ਪੀਲੂ ਵਰਗੇ, ਕਾਹਨੇ ਵਰਗੇ ਅਨੇਕਾਂ ਨੂੰ ਮੋੜ ਦਿੱਤਾ ਸੀ ਸਤਿਗੁਰੂ ਨੇ, ਤਾਂ ਕਿ ਗੁਰਬਾਣੀ ਦਾ ਜਿਹੜਾ ਸਰੂਪ ਸ਼ੁੱਧ ਰਹੇ, ਗੁਰਮਤਿ ਦਾ ਸਿਧਾਂਤ ਬਰਕਰਾਰ ਰਹੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦਾ ਸ਼ੁੱਧ ਸਰੂਪ ਆਪ ਆਪਣੇ ਹੱਥੀਂ ਲੈ ਕੇ ਸਾਡੇ ਤੱਕ ਪਹੁੰਚਾਇਆ। ਇਸੇ ਹੀ ਸਰੂਪ ਨੂੰ 10ਵੇਂ ਪਾਤਸ਼ਾਹ ਜੀ ਨੇ ਬਾਅਦ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਉੱਤੇ ਕੰਠੋਂ ਉਚਾਰਨ ਕੀਤਾ। ਜ਼ੁਬਾਨੀ ਸਾਰੀ ਬਾਣੀ ਲਿਖਾਈ। ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ, ਬਾਬਾ ਦੀਪ ਸਿੰਘ ਜੀ ਸਹਾਇਕ ਲਿਖਾਰੀ ਲਾ ਕੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਨਾਲ ਫਿਰ 9ਵੇਂ ਪਾਤਸ਼ਾਹ ਜੀ ਦੀ ਬਾਣੀ ਵੀ ਦਰਜ ਕਰਵਾਈ। 1430 ਅੰਗ, ਪਹਿਲਾ ਸਰੂਪ 30 ਰਾਗਾਂ ਵਿੱਚ ਸੀ, ਬਾਅਦ ਵਿੱਚ 31 ਰਾਗਾਂ ਦੇ ਵਿੱਚ ਨਵਾਂ ਰਾਗ ਜੈਜਾਵੰਤੀ 31ਵਾਂ ਸ਼ਾਮਲ ਕੀਤਾ ਗਿਆ। ਇੱਕ ਓੰਕਾਰ ਤੋਂ ਲੈ ਕੇ ਰਾਗਮਾਲਾ ਦੇ ਭੋਗ ਤੱਕ 18, 10, 20 ਤੱਕ
ਸਤਿਗੁਰੂ ਜੀ ਨੇ ਸਾਰੀ ਬਾਣੀ ਕੰਠੋਂ ਉਚਾਰਨ ਕੀਤੀ, ਪਰ ਕਿਸੇ ਪ੍ਰਕਾਰ ਦਾ ਕੋਈ ਰਲਾ ਨਹੀਂ ਪੈਣ ਦਿੱਤਾ, ਕਿਸੇ ਪ੍ਰਕਾਰ ਦਾ ਵਿਗਾੜ ਨਹੀਂ ਪੈਦਾ ਹੋਣ ਦਿੱਤਾ। ਸਤਿਗੁਰੂ ਸਾਹਿਬ ਜੀ ਨੇ ਇਹ ਆਪ ਕਿਰਪਾ ਕੀਤੀ ਹੈ। ਇਹ ਜਿਹੜਾ ਹਠੀ ਸਿੰਘ ਸੀ, ਮਾਤਾ ਦਾ ਪਾਲਕ ਪੋਤਰਾ ਅਜੀਤ ਸਿੰਘ ਦਾ ਪੁੱਤਰ, ਉਹਨੇ ਮਨਮਤ ਕੀ ਕੀਤੀ, ਗੁਰੂ ਕਹਾਉਣਾ ਚਾਹੁੰਦਾ ਸੀ, ਬਾਣੀ ਬਣਾਉਣਾ ਚਾਹੁੰਦਾ ਸੀ ਆਪਣੀ। ਜਦੋਂ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਇੱਕ ਵੀ ਸ਼ਬਦ ਨਾ ਲਿਖ ਸਕਿਆ, ਹਿਰਦਾ ਨਿਰਮਲ ਨਹੀਂ ਸੀ, ਮਨ ਦੇ ਵਿੱਚ ਲਾਲਚ ਸੀ ਗੁਰੂ ਬਣਨ ਦਾ, ਪਖੰਡ ਸੀ ਕੋਲ। ਇਸ ਕਰਕੇ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਤੋਂ ਉਲਟ ਜਾਂਦਾ ਸੀ, ਤੇ ਸਤਿਗੁਰੂ ਦੇ ਸਿਧਾਂਤ ਤੋਂ ਉਲਟ ਜਿਹੜੀ ਵੀ ਕਵਿਤਾ ਹੈ ਉਹਨੂੰ ਅਸੀਂ ਗੁਰਬਾਣੀ ਨਹੀਂ ਕਹਿ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਨਾਲੋਂ ਤੋੜਨ ਵਾਲੀ ਜਿਹੜੀ ਗੱਲ ਹੈ ਉਹ ਤਾਂ ਕੱਚੀ ਬਾਣੀ ਹੈ, ਪੱਕੀ ਬਾਣੀ ਨਹੀਂ ਹੈ, ਗੁਰਬਾਣੀ ਨਹੀਂ ਹੈ, ਧੁਰ ਕੀ ਬਾਣੀ ਨਹੀਂ ਹੈ, ਅਕਾਲੀ ਬਾਣੀ ਨਹੀਂ ਹੈ, ਖਸਮ ਕੀ ਬਾਣੀ ਨਹੀਂ ਹੈ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ। ਗੁਰੂ ਤੋਂ ਬਿਨਾ ਜਿਹੜੀ ਹੋਰ ਕੋਈ ਰਚਨਾ ਹੈ ਗੁਰੂ ਸਿਧਾਂਤ ਨਾਲੋਂ ਤੋੜ ਰਹੀ, ਉਹ ਕੱਚੀ ਬਾਣੀ ਹੈ, ਉਹ ਪੱਕੀ ਗੱਲ ਨਹੀਂ ਹੈ, ਧੁਰ ਕੀ ਬਾਣੀ ਨਹੀਂ ਹੈ। ਇਹ ਹਠੀ ਸਿੰਘ ਨੇ ਕੀ ਕੀਤਾ, ਜਿਸ ਵੇਲੇ ਨੂੰ ਕੋਈ ਕਵਿਤਾ ਨਾ ਫੁਰੀ, ਇਹਨੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਾਂ ਹੋਰ ਗੁਰੂ ਸਾਹਿਬਾਨਾਂ ਦੇ ਸ਼ਬਦ ਗੁਰਬਾਣੀ ਵਿੱਚੋਂ ਚੱਕੇ, ਉਹਨਾਂ ਸ਼ਬਦਾਂ ਨੂੰ ਲਿਖਦਾ ਹੈ। ਪਰ ਜਿੱਥੇ ਨਾਨਕ ਨਾਮ ਆਉਂਦਾ ਹੈ ਉਸ ਦੀ ਜਗ੍ਹਾ ਦੇ ਉੱਤੇ ਕਹੇ ਨਾਨਕ ਦੀ ਜਗ੍ਹਾ ਦੇ ਉੱਤੇ ਕਹੇ ਹਠੀ ਸਿੰਘ ਲਿਖ ਦਿੰਦਾ, ਆਪਣਾ ਨਾਂ ਪਾ ਦਿੰਦਾ। ਇਉਂ ਇਹਨੇ ਘੋਰ ਬੇਅਦਬੀ ਕੀਤੀ ਗੁਰਬਾਣੀ ਦੀ। ਜਿਵੇਂ ਅੱਜ ਕੱਲ੍ਹ ਵੀ ਬਹੁਤ ਸਾਰੇ ਡੇਰੇ ਚੱਲਦੇ ਆ, ਕੋਈ ਆਪਣਾ ਡੇਰਾ ਚਲਾਵੇ, ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਆਪਣੀ ਕੋਈ ਪੂਜਾ ਕਰਾਉਂਦਾ ਕਰਾਵੇ, ਲੋਕ ਕਰਦੇ ਆ ਤੇ ਉਹ ਅਗਲਾ ਪੂਜਾ ਕਰਾਉਣ ਵਾਲਾ ਕਰਾਉਂਦਾ, ਕਰਾਈ ਜਾਵੇ, ਸਾਨੂੰ ਕੀ ਇਤਰਾਜ਼ ਹੈ। ਪਰ ਇਤਰਾਜ਼ ਉੱਥੇ ਪੈਦਾ ਹੁੰਦਾ ਖਾਲਸਾ ਜੀ, ਜਿਸ ਵੇਲੇ ਕੋਈ ਸ਼ਬਦ ਗੁਰਬਾਣੀ ਦੇ ਵਰਤੇ ਪਰ ਗੁਰੂ ਆਪਣੇ ਆਪ ਨੂੰ ਕਹਾਵੇ, ਗੁਰੂ ਸਾਹਿਬਾਨਾਂ ਦਾ ਉੱਥੇ ਨਾਮ ਵੀ ਨਾ ਲਵੇ। ਅੱਜ ਬਹੁਤ ਡੇਰੇ ਚੱਲੇ ਆ, ਡੇਰਿਆਂ ਵਾਲਿਆਂ ਦੀਆਂ ਕਿਤਾਬਾਂ ਚੱਕ ਕੇ ਦੇਖ ਲਓ ਤੁਸੀਂ, ਜਿੱਥੇ ਗੁਰੂ ਸਾਹਿਬ ਦਾ ਸ਼ਬਦ ਹੋਵੇਗਾ ਨਾ, ਉੱਥੇ ਕਹਿਣਗੇ ਜੀ ਸੰਤ ਮਹਾਂਪੁਰਖ ਕਹਿੰਦੇ ਆ। ਉੱਥੇ ਸਪਸ਼ਟ ਨਹੀਂ ਲਿਖਦੇ ਵੀ ਗੁਰਬਾਣੀ ਦੇ ਵਿੱਚ ਇਹ ਲਿਖਿਆ ਹੋਇਆ। ਆਪਣੇ ਮਤਲਬ ਦੇ ਸ਼ਬਦ ਕੱਢ ਕੇ, ਆਪਣੇ ਮਤਲਬ ਦੇ ਉਹਨਾਂ ਦੇ ਅਰਥ ਕਰਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਆ। ਜਿਵੇਂ ਆ ਸਰਸੇ ਡੇਰੇ ਵਾਲੇ, ਇਹਨਾਂ ਦੇ ਚੇਲੇ ਲੋਕਾਂ ਨੂੰ ਕਹਿੰਦੇ ਫਿਰਦੇ ਸੀ, ਆਹ ਦੇਖੋ ਜੀ ਗੁਰਬਾਣੀ ਵਿੱਚ ਲਿਖਿਆ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਵੀ ਜਿਹੜੇ ਸੰਤ ਹੈ, ਸੰਤ ਸੱਜਣ ਹੈ, ਉਹ ਸਰਸੇ ਵਿੱਚ ਪ੍ਰਗਟ ਹੋਏ ਹੈ, ਪੂਰੇ ਗੁਰ ਤੇ ਜਾਣੀ, ਉਹਨਾਂ ਨੂੰ ਪੂਰੇ ਗੁਰੂ ਜਾਣੋ। ਤੇ ਭੋਲੇ ਭਾਲੇ ਲੋਕ, ਭੋਲੇ ਭਾਲੇ ਸਿੱਖ, ਜਿਨ੍ਹਾਂ ਨੇ ਕਦੇ ਧਿਆਨ ਹੀ ਨਹੀਂ ਦਿੱਤਾ ਗੁਰਬਾਣੀ ਕਹਿੰਦੀ ਕੀ ਹੈ, ਗੁਰਬਾਣੀ ਦੇ ਅਰਥ ਕੀ ਬਣਦੇ ਹੈ, ਉਹ ਗੁੰਮਰਾਹ ਹੋ ਜਾਂਦੇ, ਮੰਨ ਜਾਂਦੇ ਵੀ ਹਾਂ ਬਾਈ ਵਾਕਈ ਆ ਤਾਂ ਗੁਰਬਾਣੀ ਵਿੱਚ ਲਿਖਿਆ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਪਰ ਇਹਦਾ ਅਰਥ ਇਹ ਨਹੀਂ ਬਣਦਾ ਕਿ ਸੰਤ ਸਰਸੇ ਉਹਨਾਂ ਨੂੰ ਪੂਰੇ ਗੁਰੂ ਜਾਣੋ। ਇਸ ਦਾ ਸਹੀ ਅਰਥ ਕਰਨ ਵਾਸਤੇ ਪੂਰੀ ਪੌੜੀ ਪੜ੍ਹਨੀ ਪਵੇਗੀ, ਪਿਛਲੀਆਂ ਪੰਕਤੀਆਂ ਦੇ ਨਾਲ ਸੰਬੰਧਿਤ ਫਿਰ ਅਰਥ ਬਣਨਗੇ। ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਵਡਭਾਗੀ ਹੋ, ਹਾਹੇ ਨੂੰ ਹੋੜਾ ਹੈ, ਵਡਭਾਗੀ ਹੋ ਨਹੀਂ ਕਹਿਣਾ। ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਆਨੰਦ ਦੀ ਬਾਤ ਸੁਣੋ, ਖੁਸ਼ੀ ਦੀ ਬਾਤ ਸੁਣੋ। ਜਿਨ੍ਹਾਂ ਨੇ ਇਹ ਆਨੰਦਮਈ ਗੁਰਬਾਣੀ ਨੂੰ ਸੁਣਿਆ, ਉਹਨਾਂ ਦੇ ਸਾਰੇ ਹੀ ਮਨੋਰਥ, ਸਾਰੇ ਮਨ ਦੇ ਫੁਰਨੇ ਪੂਰੇ ਹੋ ਗਏ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਜਦੋਂ ਇਹ ਗੁਰਬਾਣੀ ਦੇ ਆਨੰਦ ਦੇ ਵਿੱਚ ਬੰਦਾ ਰਤ ਗਿਆ, ਉਹਦਾ ਮਨ ਮਿਲ ਗਿਆ ਤੇ ਉਹਨੇ ਪਾਰ ਬ੍ਰਹਮ ਪਰਮੇਸ਼ਰ ਨੂੰ ਪਾ ਲਿਆ। ਉਹਦੇ ਸਾਰੇ ਝੋਰੇ ਵਸੂਰੇ ਖਤਮ ਹੋ ਗਈਆਂ, ਚਿੰਤਾਵਾਂ, ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਜਿਨ੍ਹਾਂ ਨੇ ਇਹ ਸੱਚੀ ਬਾਣੀ ਨੂੰ ਸੁਣਿਆ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਸੁਣਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਭਾਵਨਾ ਨਾਲ ਪੜ੍ਹਿਆ ਸੁਣਿਆ,
ਉਹਨਾਂ ਦੇ ਦੁੱਖ ਰੋਗ ਤਿੰਨੇ ਤਰ੍ਹਾਂ ਦੇ ਸੰਤਾਪ ਆਦਿ ਵਿਆਧੀ ਉਪਾਧੀ ਇਹ ਦੂਰ ਹੋ ਗਏ। ਫਿਰ ਉਹ ਸੰਤ ਜਨ, ਉਹ ਸੰਤ ਸੱਜਣ ਜਿਹੜੇ ਗੁਰਬਾਣੀ ਨਾਲ ਜੁੜ ਕੇ ਸੰਤ ਬਣੇ, ਗੁਰਬਾਣੀ ਦੇ ਰਸਤੇ ਉੱਤੇ ਚੱਲ ਕੇ ਸੰਤ ਬਣੇ, ਸੰਤ ਸਾਜਨ ਭਏ ਸਰਸੇ, ਉਹ ਸੰਤ ਸੱਜਣ ਸਰਸੇ ਰਸੇ, ਰਸ ਦੇ ਸਹਿਤ ਹੋ ਗਿਆ ਉਹਨਾਂ ਦਾ ਜੀਵਨ, ਉਹਨਾਂ ਦੀ ਜ਼ਿੰਦਗੀ ਬੜੀ ਰਸਮਈ ਬਣ ਗਈ, ਉਹਨਾਂ ਦੀ ਜ਼ਿੰਦਗੀ ਵਿੱਚ ਖੇੜਾ ਆ ਗਿਆ, ਉਹਨਾਂ ਦੀ ਜ਼ਿੰਦਗੀ ਵਿੱਚ ਆਨੰਦ ਆ ਗਿਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੁਲਾਸ ਆ ਗਿਆ, ਉਹਨਾਂ ਦਾ ਜੀਵਨ ਖਿੜ ਗਿਆ। ਸੰਤ ਸਾਜਨ ਭਏ ਸਰਸੇ, ਵਿਗਸ ਗਿਆ ਉਹਨਾਂ ਦਾ ਜੀਵਨ। ਪੂਰੇ ਗੁਰ ਤੇ ਜਾਣੀ, ਇਹ ਜਿਹੜੀ ਗੁਰਬਾਣੀ ਹੈ ਉਹਨਾਂ ਨੇ ਪੂਰੇ ਗੁਰੂ ਤੋਂ ਜਾਣੀ ਹੈ, ਪੂਰੇ ਗੁਰੂ ਤੋਂ ਇਹ ਸੋਝੀ ਪ੍ਰਾਪਤ ਕੀਤੀ ਹੈ। ਇਹ ਆਨੰਦ ਦੀ ਪ੍ਰਾਪਤੀ ਉਹਨਾਂ ਨੂੰ ਪੂਰੇ ਸਤਿਗੁਰੂ ਤੋਂ ਮਿਲੀ ਹੈ, ਅਧੂਰੇ ਤੋਂ ਨਹੀਂ, ਕੱਚੇ ਤੋਂ ਨਹੀਂ। ਕਾਚੇ ਗੁਰ ਤੇ ਮੁਕਤ ਨਾ ਹੁਆ, ਕੱਚਾ ਗੁਰੂ ਮੁਕਤ ਨਹੀਂ ਕਰ ਸਕਦਾ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਗੁਰ ਕਾ ਸੁਨ ਉਪਦੇਸ਼, ਸਤਿਗੁਰ ਨੇ ਪੂਰੇ ਗੁਰੂ ਨਾਲ ਜੋੜਿਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਸਾਧ ਸੰਗਤ ਜੀ ਵੱਡਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਕੋਈ ਪੂਰਨ ਗੁਰੂ ਕੌਣ ਹੋ ਸਕੇਗਾ। ਨਿਹ ਕਲੰਕ ਹਨ ਸਤਿਗੁਰੂ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਕਲੰਕ ਹੀ ਕੋਈ ਨਹੀਂ। ਇੱਥੇ ਕੋਈ ਦਿਨੇ ਆਵੇ, ਰਾਤ ਨੂੰ ਆਵੇ, ਭੈਣ ਆਵੇ, ਭਾਈ ਆਵੇ, ਬੀਬੀ ਆਵੇ, ਬਜ਼ੁਰਗ ਬੱਚਾ ਜਿਹੜਾ ਆਵੇ ਗੁਰੂ ਕੇ ਚਰਨਾਂ ਦੇ ਵਿੱਚ, ਕੋਈ ਕਲੰਕ ਨਹੀਂ। ਸਗੋਂ ਸੋਭਾ ਹੁੰਦੀ ਹੈ ਜਿਹੜਾ ਗੁਰੂ ਚਰਨਾਂ ਵਿੱਚ ਆਉਂਦਾ। ਪਰ ਪਖੰਡੀ ਦੇਹ ਧਾਰੀ ਗੁਰੂਆਂ ਦੇ ਜਿਹੜੇ ਜਾਂਦੇ ਸੀ ਤੇ ਅੱਜ ਚੀਕਾਂ ਮਾਰਦੇ ਆ ਨਾ, CBI ਦੀਆਂ ਜਾਂਚਾਂ ਲੱਗੀਆਂ, ਉਹਨਾਂ ਦੇ ਜਿਹੜੇ ਕੁਕਰਮ ਸਿੱਧ ਹੋਏ ਤੇ ਅੱਜ ਉਹ ਡੇਰਿਆਂ ਵਾਲੇ ਕਿੰਨੇ ਜੇਲ੍ਹਾਂ ਦੇ ਵਿੱਚ ਰੁਲਦੇ ਆ ਨਾ। ਕੋਈ ਝਾਂਸਾ ਰਾਮ, ਕੋਈ ਸਾਧ ਸੰਗਤ ਗੁਰਮੀਤ ਰਾਮ ਰਹੀਮ, ਕਦੇ ਕੋਈ ਇੱਦਾਂ ਦੇ ਕਿੰਨੇ ਹੀ ਹੈ ਜੇਲ੍ਹਾਂ ਦੇ ਵਿੱਚ ਬੈਠੇ, ਜਿਹੜੇ ਓਟ ਆਸਰਾ ਗੁਰਬਾਣੀ ਦਾ ਲੈਂਦੇ ਸੀ ਪਰ ਗੁਰੂ ਆਪਣੇ ਆਪ ਨੂੰ ਕਹਾਉਂਦੇ ਸੀ। ਸਤਿਗੁਰ ਕੀ ਰੀਸੈ ਹੋਰ ਕੱਚ ਪਿੱਛ ਬੋਲਦੇ, ਸੇ ਕੂੜਿਆਰ ਕੂੜੇ ਝੜ ਪੜੀਐ। ਸਤਿਗੁਰ ਦੀ ਰੀਸ ਦੇ ਨਾਲ ਜਿਹੜੇ ਆਪਣਾ ਕੱਚ ਪਿੱਛ ਬੋਲ ਕੇ ਤੇ ਕਹਿੰਦੇ ਆ ਇਹ ਸਾਡੀ ਬਾਣੀ ਹੈ, ਸੰਤ ਬਾਣੀ ਹੈ, ਆ ਜੀ ਸਾਡੇ ਸੰਤਾਂ ਦਾ ਉਪਦੇਸ਼ ਹੈ, ਉਹ ਫਿਰ ਝੜ ਜਾਂਦੇ ਆ। ਬਹੁਤੀ ਦੇਰ ਉਹਨਾਂ ਦੀ ਹੋਂਦ ਨਹੀਂ ਰਹਿੰਦੀ। ਰਹੋ ਵਿਚਾਰ ਇਸੇ ਤਰ੍ਹਾਂ ਜਿਹੜਾ ਇਹ ਹਠੀ ਸਿੰਘ ਹੈ, ਮਾਤਾ ਜੀ ਦੇ ਪਾਲਕ ਪੁੱਤਰ ਅਜੀਤ ਸਿੰਘ ਦਾ ਪੁੱਤਰ, ਮਾਤਾ ਦਾ ਪੋਤਰਾ, ਮਾਤਾ ਸੁੰਦਰੀ ਦਾ, ਇਹਨੇ ਕੁਕਰਮ ਕੀ ਕੀਤਾ। ਗੁਰੂ ਸਾਹਿਬ ਜੀ ਦੇ ਸ਼ਬਦਾਂ ਦੇ ਵਿੱਚ ਕਹਿ ਨਾਨਕ ਦੀ ਜਗ੍ਹਾ ਦੇ ਉੱਤੇ ਆਪਣਾ ਨਾਮ ਪਾਉਣਾ ਸ਼ੁਰੂ ਕਰ ਦਿੱਤਾ, ਕਹਿ ਹਠੀ ਸਿੰਘ। ਸੰਗਤ ਨੇ ਇਤਰਾਜ਼ ਕੀਤਾ, ਸਿਆਣੇ ਸਿੱਖਾਂ ਨੇ ਮਾਤਾ ਜੀ ਕੋਲ ਆ ਕੇ ਕਿਹਾ, ਸ਼ਿਕਾਇਤ ਕੀਤੀ। ਮਾਤਾ ਨੇ ਇਹਨੂੰ ਕੋਲ ਬੁਲਾ ਲਿਆ, ਝਿੜਕਿਆ, ਤਾੜਨਾ ਕੀਤੀ, ਵਰਜਿਆ ਵੀ। ਤੂੰ ਆਪਣੇ ਪਿਤਾ ਅਜੀਤ ਸਿੰਘ ਦਾ ਹਾਲ ਦੇਖ, ਉਹਦਾ ਕੀ ਹਾਲ ਹੋਇਆ, ਗੁਰਮਤਿ ਸਿਧਾਂਤਾਂ ਤੋਂ ਉਲਟ ਚੱਲਿਆ, ਤੇਰੀ ਉਮਰ ਛੋਟੀ ਆ, ਹਾਲੇ ਵੀ ਸੰਭਲ ਜਾ। ਪਰ ਇਹ ਮਾਤਾ ਦੀ ਗੱਲ ਨਾ ਮੰਨਿਆ, ਸਗੋਂ ਉਲਟਾ ਕਹਿੰਦਾ, ਮਾਤਾ ਇਹ ਤਾਂ ਮੇਰੀ ਆਪਣੀ ਬਾਣੀ ਹੈ ਜਿਹੜੀ ਮੈਂ ਉਚਾਰਨ ਕੀਤੀ ਆ, ਆਪਣੇ ਸਿੱਖਾਂ ਨੂੰ ਪੜ੍ਹਨ ਵਾਸਤੇ ਕਹਿਣਾ, ਤੇ ਤੁਹਾਨੂੰ ਕਿਸੇ ਨੇ ਐਵੇਂ ਝੂਠ ਕਹਿ ਦਿੱਤਾ ਆ ਕੇ ਕਿ ਮੈਂ ਗੁਰੂ ਕੇ ਸ਼ਬਦਾਂ ਨੂੰ ਬਦਲ ਰਿਹਾ ਹਾਂ। ਇਹ ਟਸ ਤੋਂ ਮਸ ਨਾ ਹੋਇਆ। ਇਹ ਸਾਧ ਸੰਗਤ ਇਸੇ ਤਰ੍ਹਾਂ ਹੀ ਇਹ ਗੁਰਬਾਣੀ ਦੀ ਬੇਅਦਬੀ ਕਰਨੀ ਇਹਨੇ ਜਾਰੀ ਰੱਖੀ। ਮਾਤਾ ਜੀ ਦੇ ਕੋਲ ਸਾਧ ਸੰਗਤ ਜੀ ਬਹੁਤ ਧਨ ਪਦਾਰਥ ਆਉਂਦਾ, ਸਿੱਖ ਸੰਗਤਾਂ ਚੜਾਵਾ ਚੜਾਉਂਦੀਆਂ ਹਨ, ਤੇ ਇਸ ਪੈਸੇ ਦੇ ਨਾਲ ਇਹ ਹਠੀ ਸਿੰਘ ਆਪਣੇ ਪਿਤਾ ਦੇ ਵਾਂਗ ਬੜਾ ਐਸ਼ਪ੍ਰਸਤ ਬਣਿਆ, ਬੜੇ ਆਪਣੇ ਸਾਰੇ ਚਾਅ ਪੂਰੇ ਕਰ ਰਿਹਾ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਦਿੱਲੀ ਦੀ ਸੰਗਤ ਜਿਵੇਂ ਮਾਤਾ ਜੀ ਕੋਲ ਆਉਂਦੀ ਹੈ, ਸੋ ਮਾਤਾ ਜੀ ਨੂੰ ਦਿੱਲੀ ਦੇ ਹਾਲਾਤ ਦੱਸਦੀ ਹੈ। ਆਓ ਅੱਗੇ ਇਤਿਹਾਸ ਨੂੰ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪ੍ਰਤਪਾਲਤ ਹੈ ਪੁੱਤਰ ਸਮ। ਮਾਤਾ ਸੁੰਦਰੀ ਜੀ ਆਪਣੇ ਪੋਤਰੇ ਹਠੀ ਸਿੰਘ ਨੂੰ, ਆਪਣੇ ਪੁੱਤਰ ਅਜੀਤ ਸਿੰਘ ਨੂੰ ਜਿਵੇਂ ਪਾਲਿਆ ਸੀ ਉਸੇ ਤਰ੍ਹਾਂ ਬੜੇ ਪਿਆਰ ਨਾਲ ਪਾਲਦੇ ਹਨ। ਕਰੇ ਸਨੇਹ ਵਿਸਾਲ। ਮਾਤਾ ਜੀ ਬਹੁਤ ਪ੍ਰੇਮ ਕਰਦੇ ਹਨ। ਕਰਿਓ ਬਾਸ ਮਥੁਰਾ ਵਿਖੇ। ਮਾਤਾ ਜੀ ਨੇ ਮਥੁਰਾ ਵਿਖੇ ਨਿਵਾਸ ਰੱਖਿਆ ਹੋਇਆ ਹੈ। ਸ਼ਾਂਤ ਹਿਰਦੈ ਚਿਰਕਾਲ। ਬੜਾ ਸ਼ਾਂਤੀ ਪੂਰਵਕ ਬਹੁਤ ਲੰਮਾ ਸਮਾਂ ਬਤੀਤ ਹੋਇਆ। ਬਈ
ਬੜੀ ਯਾਰ ਬਲ ਪੰਗ ਭੋਗਣ ਕਰੀ ਇਉਂ ਮਾਤਾ ਜੀ ਨੇ ਬਹੁਤ ਲੰਮੀ ਆਰਜਾ ਭੋਗਣਾ ਕੀਤੀ। ਬਿਰਦ ਦੇ ਹੋਈ ਜਰਜਰੀ ਮਾਤਾ ਜੀ ਦਾ ਸਰੀਰ ਬੁੱਢਾ ਹੋ ਗਿਆ, ਸਰੀਰ ਦੇ ਉੱਤੇ ਵਡੇਪਾ ਆ ਗਿਆ, ਦੇਹ ਜਰਜਰੀ ਹੋ ਗਈ। ਜਦੋਂ ਸਾਧ ਸੰਗਤ ਜੀ ਸਰੀਰ ਬੁੱਢਾ ਹੋ ਜਾਵੇ ਨਾ ਤੇ ਮਾਸ ਤੇ ਹੱਡੀਆਂ ਅਲੱਗ-ਅਲੱਗ ਹੋ ਜਾਂਦੀਆਂ, ਹੱਡੀਆਂ ਅਲੱਗ ਦਿਖਾਈ ਦੇਣ ਲੱਗ ਪੈਂਦੀਆਂ, ਝੁਰੜੀਆਂ ਜਿਹੀਆਂ ਪੈ ਜਾਂਦੀਆਂ, ਉਹਨੂੰ ਜਰਜਰੀ ਕਿਹਾ ਜਾਂਦਾ। ਸਰੀਰ ਜਰਜਰਾ ਹੋ ਗਿਆ, ਦੇਹ ਜਰਜਰੀ ਹੋ ਗਈ। ਇਉਂ ਮਾਤਾ ਜੀ ਦਾ ਸਰੀਰ ਜਰਜਰਾ ਬੁੱਢਾ ਹੋ ਗਿਆ। ਦਿੱਲੀ ਆਦ ਸੰਗਤਾਂ ਬ੍ਰਿੰਦੰ ਦਿੱਲੀ ਤੋਂ ਆਦਿਕ ਲੈ ਕੇ ਹੋਰ ਜਿੱਥੋਂ ਵੀ ਸੰਗਤਾਂ ਸਾਰੀਆਂ ਆਉਂਦੀਆਂ ਹਨ। ਦੀਦ ਪਾਇਨ ਭਾਵ ਬਿਲੰਦ ਬੜੀ ਭਾਵਨਾ ਦੇ ਨਾਲ ਮਾਤਾ ਜੀ ਨੂੰ ਭੇਟਾਵਾਂ ਅਰਪਣ ਕਰਦੀਆਂ ਹਨ। ਜੈ ਮਾਤ ਸੁੰਦਰੀ ਦਰਸੈ ਮਾਤਾ ਜੀ ਦੇ ਆ ਕੇ ਦਰਸ਼ਨ ਕਰਦੇ ਹਨ, ਮਾਤਾ ਸੁੰਦਰੀ ਜੀ ਨੂੰ ਪੂਜਦੇ ਹਨ ਸਿੱਖ। ਗੁਰਗੇ ਹਨ ਕੈ ਮਹਿਮਾ ਦਹਰਸੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਔਰ ਸਤਿਗੁਰੂ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਦੀ ਬਹੁਤ ਮਹਿਮਾ ਕਰਕੇ ਖੁਸ਼ ਹੁੰਦੇ ਹਨ। ਉਹ ਦਸ ਕੇਰਨ ਤਨ ਸੁਮਦਾਇਆ ਮਾਤਾ ਜੀ ਦੇ ਕੋਲ ਬਹੁਤ ਭੇਟਾਵਾਂ ਆਉਂਦੀਆਂ ਹਨ, ਇਸ ਕਰਕੇ ਧਨ ਬਹੁਤ ਇਕੱਤਰ ਹੁੰਦਾ ਹੈ। ਦੂਰ ਦੂਰ ਤੇ ਆਵਤ ਮਾਇਆ ਦੂਰ ਦੂਰ ਤੋਂ ਸੰਗਤ ਜਿਹੜੀ ਮਾਇਆ ਲੈ ਕੇ ਪਹੁੰਚਦੀ ਹੈ। ਹਰੀ ਸਿੰਘ ਖਰਚੇ ਰਖਾਏ ਹਠੀ ਸਿੰਘ ਜਿਹੜਾ ਮਾਤਾ ਦਾ ਪੋਤਰਾ ਖੁੱਲਾ ਹੀ ਖਰਚਾ ਕਰਦਾ, ਖਾਂਦਾ ਪੀਂਦਾ ਹੈ। ਤੇਰੇ ਜੇਵਰ ਰਤਨ ਜਰਾਈ ਔਰ ਬੜੇ ਸੁੰਦਰ ਰਤਨ ਜੜਾਊ ਜਿਹੜੇ ਗਹਿਣੇ ਪਹਿਨਦਾ ਹੈ। ਉਸ ਜਬਾਦ ਮੋਲ ਕੀ ਫਤਿਹ ਬਹੁਤ ਮਹਿੰਗੇ ਮੁੱਲ ਦੀਆਂ ਪੁਸ਼ਾਕਾਂ ਇਹਦੇ ਤਨ ਦੇ ਉੱਤੇ ਫੱਬਦੀਆਂ ਹਨ। ਮਾਨੈ ਸਿੱਖ ਸੰਗਤ ਮੇਰੇ ਸਦਾ ਸਾਰੀ ਸਿੱਖ ਸੰਗਤ ਵੀ ਇਹਦੀ ਬੜੀ ਮਾਨਤਾ ਕਰਦੀ ਹੈ। ਸਮਾਜ ਪਿਤਾ ਕਾ ਸੁਨਿਓ ਜਿਸ ਤਰ੍ਹਾਂ ਇਹਨੇ ਆਪਣੇ ਪਿਤਾ ਦਾ ਸਾਜੋ ਸਮਾਨ ਸੁਣਿਆ ਸੀ, ਠਾਠ ਬਾਠ ਸੁਣਿਆ ਸੀ, ਸਦਾ ਸਗਲ ਰਚ ਕੋ ਗੁਰ ਬਨਿਓ ਸੋ ਇਹ ਵੀ ਚਾਹੁੰਦਾ ਹੈ ਕਿ ਮੈਂ ਉਸੇ ਤਰ੍ਹਾਂ ਦਾ ਸਭ ਸਾਜੋ ਸਮਾਨ ਰਚ ਲਵਾਂ, ਗੁਰੂ ਬਣਾ। ਕਰੀ ਤਨ ਬੋਲ ਤੁਰੰਗ ਇਹਨੇ ਵੀ ਬਹੁਤ ਜਿਹੜੇ ਘੋੜੇ ਖਰੀਦ ਲਏ, ਮੁੱਲ ਲੈ ਲਏ। ਸੁੰਦਰ ਜੀਨ ਜਰਜਰੀ ਬਹੁ ਸੰਗ ਸੁੰਦਰ ਇਹਨਾਂ ਦੀਆਂ ਕਾਠੀਆਂ ਘੋੜਿਆਂ ਦੀਆਂ ਇਹਨੇ ਬਣਵਾਈਆਂ, ਜਿਹੜੀਆਂ ਜਰੀਦਾਰ ਬੜੇ ਜੜੀਆਂ ਹੋਈਆਂ ਹਨ। ਹੀਮਗ ਜਿਤ ਸਤਰਨ ਲਗਵਾਏ ਔਰ ਬੜੇ ਸੁੰਦਰ ਸ਼ਸਤਰ ਤਿਆਰ ਕਰਵਾਏ, ਜਿਨ੍ਹਾਂ ਦੇ ਉੱਤੇ ਸੋਨਾ ਚਾਂਦੀ ਲੱਗਿਆ ਹੋਇਆ ਹੈ। ਸਿੰਘ ਚਾਕਰੀ ਹਿਤ ਰਖਵਾਈ ਔਰ ਬਹੁਤ ਸਾਰੇ ਸਿੰਘ ਇਹਨੇ ਚਾਕਰੀ ਵਾਸਤੇ ਆਪਣੇ ਨਾਲ ਨੌਕਰ ਭਰਤੀ ਕਰ ਲਏ। ਸੰਗ ਰੂਟੈ ਜਿਤ ਕੋ ਜਾਤ ਜਿੱਧਰ ਨੂੰ ਵੀ ਇਹ ਹਠੀ ਸਿੰਘ ਜਾਂਦਾ, ਇਹ ਹਮੇਸ਼ਾ ਸਾਰੇ ਦੇ ਨਾਲ ਘੋੜਾ ਸਵਾਰ ਹੋ ਕੇ ਚੱਲਦੇ ਹਨ। ਮੈਂ ਨਿਜ ਦਿਖਾਏ ਪਲ ਭਾਂਤ ਸੋ ਇਸ ਪ੍ਰਕਾਰ ਸਾਰਿਆਂ ਦੇ ਵਿੱਚ ਆਪਣਾ ਆਪਾ ਦਿਖਾਉਂਦਾ ਹੈ। ਹਰੇ ਸਰ ਕੋ ਚੜੈ ਤੇਰੇ ਸੈਰ ਨੂੰ ਜਾਂਦਾ ਹੈ, ਕਦੇ ਸ਼ਿਕਾਰ ਨੂੰ ਚੜ੍ਹਦਾ ਹੈ। ਦੁੰਦਬ ਬਾਜਦ ਚੜਤਾ ਗੇਰੇ ਅੱਗੇ ਅੱਗੇ ਨਗਾਰੇ ਵੱਜਦੇ ਜਾਂਦੇ ਹਨ। ਜਵਾਲਾ ਬਮਣੀ ਸੰਗ ਰਖਾਵੇ ਬਹੁਤ ਸਾਰੀਆਂ ਬੰਦੂਕਾਂ ਇਹਨੇ ਨਾਲ ਰੱਖੀਆਂ ਹਨ। ਕਾਨਨ ਕੇ ਪੰਛੀ ਮਿਰਗ ਕਾਵੇ ਜੰਗਲ ਦੇ ਵਿੱਚ ਜਾ ਕੇ ਮਿਰਗ, ਪੰਛੀ ਇਤਆਦਿਕਾਂ ਦਾ ਸ਼ਿਕਾਰ ਕਰਦਾ ਹੈ। ਮਾਤਾ ਪਾਸ ਆਏ ਜੁਗ ਸਮੈ ਦੋਵੇਂ ਵੇਲੇ ਸਵੇਰ ਅਤੇ ਸ਼ਾਮ ਨੂੰ ਮਾਤਾ ਜੀ ਕੋਲ ਆਉਂਦਾ, ਮਾਤਾ ਸੁੰਦਰੀ ਜੀ ਕੋਲ। ਬੈਠੈ ਨਿਰਗ ਬੰਦ ਕਰਨ ਮੈਂ ਮਾਤਾ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਕੋਲ ਬਹਿੰਦਾ ਹੈ। ਕੈ ਸਖਿਆ ਵੇਦ ਕਨੇਰੀ ਮਾਤਾ ਜੀ ਇਹਨੂੰ ਸਮਝਾ ਕੇ ਬਹੁਤ ਸਿੱਖਿਆ ਦਿੰਦੇ ਹਨ। ਬਿਲ ਦਸਾ ਬਲੋਚਨ ਹੇਰੀ ਕਹਿਣ ਲੱਗੇ ਮਾਤਾ ਆਪਣੇ ਪੋਤਰੇ ਨੂੰ ਕਿ ਆਪਣੇ ਪਿਤਾ ਦੀ ਹਾਲਤ ਤਾਂ ਤੇ ਦੇਖੀ ਹੈ, ਕਿਸ ਤਰ੍ਹਾਂ ਉਹਦਾ ਅੰਤ ਹੋਇਆ। ਗੁਰ ਪ੍ਰਤਾਪ ਦੇ ਕਮੀ ਨਾ ਕਾਈ ਹੁਣ ਵੀ ਗੁਰੂ ਦੇ ਤੇਜ ਪ੍ਰਤਾਪ ਦੇ ਨਾਲ ਆ ਸਾਡੇ ਘਰ ਦੇ ਵਿੱਚ ਕੋਈ ਕਮੀ ਨਹੀਂ ਹੈ। ਆਏ ਪਦਾਰਥ ਨਿਤ ਸਮੁਦਾਈ ਨਿੱਤਾ ਪ੍ਰਤੀ ਬਹੁਤ ਧਨ ਪਦਾਰ ਸੰਗਤਾਂ ਲੈ ਕੇ ਪਹੁੰਚਦੀਆਂ ਹਨ। ਵਡਾਵੇਂ ਸ੍ਰੀ ਗੁਰਬਾਣੀ ਮਾਤਾ ਜੀ ਇਸ ਆਪਣੇ ਪੋਤਰੇ ਹਠੀ ਸਿੰਘ ਨੂੰ ਬਹੁਤ ਗੁਰਬਾਣੀ ਪੜ੍ਹਾਉਂਦੇ ਹਨ ਕੋਲ ਬਿਠਾ ਕੇ। ਮਹਿਮਾ ਕੋ ਜਨਾਏ ਮਹੀਆਣੀ ਔਰ ਮਾਤਾ ਜੀ ਸਤਿਗੁਰੂ ਦੇ ਘਰ ਦੀ ਵੱਡੀ ਮਹਿਮਾ ਨੂੰ ਇਹਦੇ ਸਾਹਮਣੇ ਬੋਲਦੇ ਹਨ, ਪ੍ਰਗਟ ਕਰਦੇ ਹਨ। ਹਾਰ ਬਲਾ ਕੋੜ ਸਬਰਖਣ ਕੀ ਜਦੋਂ ਇਹਦੀ 16 ਸਾਲਾਂ ਦੀ ਉਮਰ ਹੋਈ, ਕਰਨ ਵਰਤਾ ਤਨ ਕੀ ਦਮ ਕੀ ਇਹਦੇ ਸਰੀਰ ਦੇ ਉੱਤੇ ਜਵਾਨੀ ਆਉਣ ਲੱਗੀ ਹੈ। ਆਕਾ ਦਿੱਲੀ ਕੇ ਸੁਖ ਜਾਏ ਕਦੇ ਕਦੇ ਦਿੱਲੀ ਦੇ ਸਿੱਖ ਮਾਤਾ ਜੀ ਦੇ ਦਰਸ਼ਨਾਂ ਨੂੰ ਮਥੁਰਾ ਜਾਂਦੇ ਹਨ। ਮਾਤਾ ਕੋ ਮਾਨੇ ਪਰ ਪਾਏ ਮਾਤਾ ਜੀ ਦੇ ਪੈਰੀ ਪੈਂਦੇ ਹਨ, ਮੱਥਾ ਟੇਕਦੇ, ਮਾਤਾ ਦੀ ਪੂਜਾ ਕਰਦੇ ਹਨ। ਗੁਰੂ ਦੇਵ ਕੀ ਬਹੁ ਗਾਥਾ ਇਹ ਦਿੱਲੀ ਦੇ ਸਿੱਖਾਂ ਨੇ ਮਾਤਾ ਜੀ ਨੂੰ ਸਤਿਗੁਰੂ ਸਾਹਿਬ ਜੀ ਦੇ ਦੇਹੁਰੇ ਦੀ ਯਾਦਗਾਰੀ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਹਦੀ ਗਾਥਾ ਵਾਰਤਾ ਸੁਣਾਈ। ਕਰੇ ਸੁਨਾਵ
ਮਨ ਦੁਖ ਕੇ ਸਾਥਾ ਬਹੁਤ ਦੁੱਖ ਦੇ ਨਾਲ ਸੁਣਾ ਕੇ ਮਾਤਾ ਨੂੰ ਦੱਸਿਆ। ਬੜੋ ਕਾਜ ਬੇਨਵੇ ਕਰਿਓ। ਕਹਿਣ ਲੱਗੇ, ਮਾਤਾ ਜੀ ਜਦੋਂ ਤੁਸੀਂ ਦਿੱਲੀ ਛੱਡ ਕੇ ਆ ਗਏ ਹੋ ਤੇ ਤੁਹਾਡੇ ਪੁੱਤਰ ਅਜੀਤ ਸਿੰਘ ਨੂੰ ਹਮਲਾ ਕਰਕੇ ਤੁਰਕਾਂ ਨੇ ਮਾਰ ਦਿੱਤਾ ਹੈ, ਮੁਹੰਮਦ ਸ਼ਾਹ ਰੰਗੀਲੇ ਦੀਆਂ ਫੌਜਾਂ ਨੇ, ਤੇ ਜਿਨ੍ਹਾਂ ਦਾ ਬੇਨਵਾ ਸੰਤ ਅਜੀਤ ਸਿੰਘ ਹੋਰਾਂ ਨੇ ਮਾਰਿਆ ਸੀ, ਉਹਨਾਂ ਬੇਨਵੇ ਸਾਧਾਂ ਨੇ ਬੜਾ ਭੈੜਾ ਕੰਮ ਉੱਥੇ ਕੀਤਾ। ਬੜੀ ਈਰਖਾ ਦੇ ਵਿੱਚ ਆ ਕੇ ਇਹਨਾਂ ਨੇ ਬਾਦਸ਼ਾਹ ਦੇ ਨਾਲ ਸਲਾਹ ਮਸ਼ਵਰਾ ਕਰਕੇ ਗੁਰੂ ਸਾਹਿਬ ਜੀ ਦਾ ਜਿਹੜਾ ਯਾਦਗਾਰੀ ਅਸਥਾਨ ਸੀ ਉਹ ਢਾਹ ਦਿੱਤਾ ਤੇ ਉਸ ਜਗ੍ਹਾ ਦੇ ਉੱਤੇ ਇਹਨਾਂ ਨੇ ਆਪਣੀ ਬਹੁਤ ਵੱਡੀ ਮਸੀਤ ਉਸਾਰ ਦਿੱਤੀ, ਗੁਰੂ ਕੇ ਸਥਾਨ ਦੀ ਜਗ੍ਹਾ, ਜਿਹਦੇ ਉੱਤੇ ਇਹਨਾਂ ਨੇ ਬਹੁਤ ਪੈਸਾ ਖਰਚਿਆ ਹੈ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜਾ ਗੁਰੂ ਕਾ ਅਸਥਾਨ, ਗੁਰੂ ਕਾ ਯਾਦਗਾਰੀ ਅਸਥਾਨ ਸਿੱਖਾਂ ਨੂੰ ਕਹਿ ਕੇ ਬਣਵਾਇਆ ਸੀ। ਹੁਕਮ ਸਤਿਗੁਰੂ ਨੇ ਕੀਤਾ ਸੀ, ਆਪਣੇ ਕੋਲੋਂ ਧਨ ਵੀ ਦਿੱਤਾ, ਸੰਗਤਾਂ ਤੋਂ ਵੀ ਬਹੁਤ ਧਨ ਲਵਾਇਆ ਸੀ। ਜਿੱਥੇ ਮਾਤਾ ਜੀ ਹੁਣ ਕੌਣ ਜਾਣਦਾ ਉੱਥੇ ਕਿ ਇੱਥੇ ਗੁਰੂ ਕਾ ਸਥਾਨ ਸੀ, ਕਿਉਂਕਿ ਉੱਥੇ ਤਾਂ ਮਸੀਤ ਉਸਾਰ ਦਿੱਤੀ ਹੈ ਬੇਨਵੇ ਸਾਧਾਂ ਨੇ। ਪਤਾ ਨਹੀਂ ਮਾਤਾ ਜੀ ਹੁਣ ਉਸ ਜਗ੍ਹਾ ਦੇ ਉੱਤੇ ਸਤਿਗੁਰੂ ਦਾ ਸਥਾਨ ਪਹਿਲਾਂ ਵਰਗਾ ਬਣ ਸਕੇਗਾ ਜਾਂ ਨਹੀਂ। ਉਹਨਾਂ ਨੇ ਭੈੜੀ ਮੱਤ ਵਾਲਿਆਂ ਨੇ ਇਹ ਬੜਾ ਹੈਰਾਨੀ ਵਾਲਾ ਕੰਮ ਕਰ ਦਿੱਤਾ। ਮਾਤਾ ਜੀ ਅਸੀਂ ਦਿੱਲੀ ਦੇ ਸਿੱਖ ਬੜੇ ਬੇਵਸ ਹਾਂ, ਸਾਡਾ ਕੋਈ ਚਾਰਾ ਨਹੀਂ ਚੱਲਦਾ। ਇਹਨਾਂ ਤੋਂ ਸੁਣ ਕੇ ਮਾਤਾ ਸੁੰਦਰੀ ਜੀ ਕਹਿਣ ਲੱਗੇ, ਮਾਤਾ ਜੀ ਕਹਿੰਦੇ ਜਿਹੜਾ ਗੁਰੂ ਕਾ ਅਸਥਾਨ ਹੈ ਨਾ, ਗੁਰਦੁਆਰਾ ਰਕਾਬਗੰਜ ਸਾਹਿਬ, ਉਸ ਜਗ੍ਹਾ ਦੇ ਉੱਤੇ ਜਦੋਂ ਸਤਿਗੁਰੂ ਜੀ ਦਾ ਸੰਸਕਾਰ ਕੀਤਾ ਸੀ ਭਾਈ ਲੱਖੀ ਸ਼ਾਹ ਬਨਜਾਰੇ ਨੇ, ਉਹਨੇ ਚਾਂਦੀ ਦੀਆਂ ਗਾਗਰਾਂ ਵਿੱਚ ਪਾ ਕੇ ਸਤਿਗੁਰੂ ਜੀ ਦੇ ਅਸਥ ਅਤੇ ਸਾਰੀ ਰਾਖ ਉੱਥੇ ਡੂੰਘੀ ਦੱਬੀ ਹੋਈ ਸੀ। ਔਰ ਬਹੁਤ ਹੀ ਨੀਵਾਂ, ਬਹੁਤ ਹੀ ਡੂੰਘਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਫੁੱਲ ਚੁੱਕ ਕੇ ਦਬਾਏ ਸਨ ਧਰਤੀ ਵਿੱਚ, ਜਿਸ ਕਰਕੇ ਉੱਥੇ ਇਹ ਨਿਸ਼ਾਨੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿੱਧ ਹੋ ਜਾਵੇਗਾ ਕਿ ਇਹ ਗੁਰੂ ਕਾ ਹੀ ਅਸਥਾਨ ਹੈ। ਜਦੋਂ ਪੰਥ ਖਾਲਸਾ ਬਿਦਤੇਗਾ, ਜੱਗ ਵਿੱਚ ਪ੍ਰਗਟ ਹੋਵੇਗਾ, ਉਸ ਵੇਲੇ ਇੱਥੇ ਇੱਕ ਸਿੱਖ ਸਰਦਾਰ ਬਾਬਾ ਬਘੇਲ ਸਿੰਘ ਆਵੇਗਾ। ਉਹ ਤੁਰਕਾਂ ਦੇ ਰਾਜਿਆਂ ਦੇ ਨਾਲ ਸਲਾਹ ਕਰਕੇ ਉਹਨਾਂ ਤੋਂ ਕਹਾਵੇਗਾ ਤੇ ਉਹਨਾਂ ਦੇ ਹੁਕਮ ਦੇ ਨਾਲ ਇਹ ਮਸੀਤਾਂ ਨੂੰ ਢਾਵਾ ਦੇਵੇਗਾ ਦਿੱਲੀ ਵਿੱਚੋਂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਅਸਥੀਆਂ ਕੱਢ ਕੇ ਦਿਖਾਵੇਗਾ ਹੇਠਾਂ ਤੋਂ, ਉਹਨਾਂ ਨੂੰ ਯਕੀਨ ਕਰਾਉਣ ਵਾਸਤੇ ਕਿ ਇਹ ਗੁਰੂ ਕਾ ਅਸਥਾਨ ਹੈ। ਉਸ ਤੋਂ ਬਾਅਦ ਫਿਰ ਇੱਥੇ ਵੱਡਾ ਜਿਹੜਾ ਦੇਹਰਾ ਗੁਰੂ ਕਾ ਯਾਦਗਾਰੀ ਅਸਥਾਨ, ਬੜੇ ਸੋਹਣੇ ਗੁੰਬਦਾਂ ਵਾਲਾ ਗੁਰਦੁਆਰਾ ਸਾਹਿਬ ਬਣਾਵੇਗਾ। ਸਾਰੀਆਂ ਸਿੱਖ ਸੰਗਤਾਂ ਆ ਕੇ ਇਹਨਾਂ ਅਸਥਾਨਾਂ ਦੀ ਪੂਜਾ ਕਰਨਗੀਆਂ। ਜਿਹੜਾ ਸਤਿਗੁਰੂ ਨੇ ਮਨ ਦਾ ਮਨੋਰਥ ਸੰਗਤਾਂ ਦੇ ਨਾਲ ਸਾਂਝਾ ਕਰਕੇ ਇਹ ਅਸਥਾਨ ਬਣਾਇਆ ਸੀ, ਸਤਿਗੁਰੂ ਜੀ ਦੇ ਹਿਰਦੇ ਦਾ ਜਿਹੜਾ ਇਹ ਵਿਚਾਰ, ਇਹ ਮਨੋਰਥ ਹੈ, ਇਹ ਨਿਸਫਲ ਨਹੀਂ ਜਾਵੇਗਾ, ਅਜਾਈ ਨਹੀਂ ਜਾਵੇਗਾ। ਇਉਂ ਸੁਣ ਕੇ ਮਾਤਾ ਜੀ ਤੋਂ ਬਚਨ ਦਿੱਲੀ ਦੇ ਸਿੱਖ ਬੜੇ ਹਿਰਦੇ ਵਿੱਚ ਖੁਸ਼ ਹੋਏ। ਬਾਰ-ਬਾਰ ਮਾਤਾ ਜੀ ਦੇ ਚਰਨਾਂ ਉੱਤੇ ਨਮਸਕਾਰਾਂ ਕਰਦੇ ਹਨ। ਮਾਤਾ ਜੀ ਕਹਿ ਰਹੇ ਹਨ ਕਿ ਅਜੀਤ ਸਿੰਘ ਮੇਰੇ ਪਾਲਕ ਪੁੱਤਰ ਨੇ ਬੜਾ ਭੈੜਾ ਕੁਕਰਮ ਕੀਤਾ ਸੀ, ਕਦੇ ਗੁਰੂ ਕੇ ਸ਼ਾਸਤਰ ਪਹਿਨਣੇ ਚਾਹੇ, ਔਰ ਇਸੇ ਪ੍ਰਕਾਰ ਕਦੇ ਮੁਸਲਮਾਨਾਂ ਦੀ ਮਸੀਤ ਦੇ ਸੰਬੰਧ ਦੇ ਵਿੱਚ ਗਲਤ ਉਹਨਾਂ ਨੇ ਬੋਲਿਆ ਤੇ ਡਰਦੇ ਮਾਰੇ ਨੇ ਕੇਸ ਕਟਾ ਕੇ ਸਿੱਖੀ ਤੋਂ ਪਤਿਤ ਹੋ ਗਿਆ ਸੀ, ਗੁਰੂ ਤੋਂ ਬੇਮੁਖ ਹੋ ਗਿਆ ਸੀ। ਉਸ ਤੋਂ ਬਾਅਦ ਇੱਕ ਸਾਧ ਦੀ ਹੱਤਿਆ ਕਰ ਦਿੱਤੀ ਸੀ। ਉਹਨੇ ਬੜੇ ਭੈੜੇ ਕੁਕਰਮ, ਬੜੇ ਮਾੜੇ ਕਰਮ ਕੀਤੇ। ਮੈਂ ਉਹਨੂੰ ਬੜੀ ਵਾਰ ਰੋਕਿਆ, ਬੜੀ ਵਾਰ ਵਰਜਿਆ, ਪਰ ਅਜੀਤ ਸਿੰਘ ਨਹੀਂ ਟਲਿਆ ਸੀ। ਉਹ ਟਸ ਤੋਂ ਮਸ ਨਹੀਂ ਹੋਇਆ ਸੀ। ਗੁਰੂ ਬਣਨ ਦੀ ਭਾਵਨਾ ਉਹਦੇ ਮਨ ਵਿੱਚ ਇੰਨੀ ਪ੍ਰਬਲ ਸੀ। ਆਪਣੇ ਨਾਲ ਸ਼ਸਤਰ ਧਾਰੇ ਸੂਰਮੇ ਯੋਧੇ ਉਹਨੇ ਰੱਖੇ ਸੀ।
ਮੈਂ ਉਹਨੂੰ ਬਾਰ-ਬਾਰ ਸਮਝਾਉਂਦੀ ਰਹੀ, ਪਰ ਉਲਟਾ ਮੇਰੇ ਹੀ ਖਹਿੜੇ ਪੈ ਗਿਆ ਸੀ, ਮੇਰੇ ਉੱਤੇ ਹਮਲਾ ਕਰ ਦਿੱਤਾ ਸੀ, ਗੁਰੂ ਘਰ ਤੋਂ ਬੇਮੁਖ ਹੋ ਗਿਆ ਸੀ। ਇਸ ਪ੍ਰਕਾਰ ਅਜੀਤ ਸਿੰਘ ਨੇ ਮਾਤਾ ਜੀ ਕਹਿਣ ਲੱਗੇ ਕਿ ਬਹੁਤ ਸਾਰੇ ਕੁਕਰਮ ਕੀਤੇ ਸਨ ਪਾਏ ਸ਼ਰਾਬ ਕੋ ਭਇਓ ਬੇਸ਼ਰਮ। ਔਰ ਉਹਨੇ ਸ਼ਰਾਪ ਪ੍ਰਾਪਤ ਕੀਤਾ ਸੀ। ਐਸੇ ਬਚਨ ਮੈਨੂੰ ਕਹਿਣੇ ਪੈ ਗਏ ਸਨ ਮਜਬੂਰੀ ਬਸ ਕਿ ਅਜੀਤ ਸਿੰਘ ਤੂੰ ਜਵਾਨੀ ਨਹੀਂ ਭੋਗੇਂਗਾ, ਬੜੀ ਭੈੜੀ ਮੌਤੇ ਮਰੇਂਗਾ। ਪਰ ਉਹ ਬੜਾ ਬੇਸ਼ਰਮ ਜਿਹਾ ਹੋ ਕੇ ਰਿਹਾ ਫਿਰ ਵੀ। ਅੜੀ ਸਿੰਘ ਪੜ ਪੜ ਗੁਰਬਾਣੀ। ਸੋ ਉਸ ਤੋਂ ਬਾਅਦ ਉਹਦੇ ਜੀਵਨ ਦਾ ਅੰਤ ਹੋ ਗਿਆ। ਇੱਧਰ ਜਿਹੜਾ ਹਠੀ ਸਿੰਘ ਹੈ ਮਾਤਾ ਦਾ ਪੋਤਰਾ, ਅਜੀਤ ਸਿੰਘ ਦਾ ਪੁੱਤਰ, ਇਹ ਗੁਰਬਾਣੀ ਨੂੰ ਪੜ ਪੜ ਕੇ ਮੈਂ ਵੀ ਕਰੋ ਕਾਮਨਾ ਠਾਨੀ। ਇਹਨੇ ਮਨ ਦੇ ਵਿੱਚ ਇੱਛਾ ਧਾਰਨ ਕੀਤੀ ਕਿ ਮੈਂ ਵੀ ਇਹੋ ਜੀ ਗੁਰਬਾਣੀ ਰਚ ਲਵਾਂ। ਅਜ ਤੋ ਰਹਿਣ ਪਦ ਬਨ ਆਵੇ। ਬਹੁਤ ਮਗਜ ਖਪਾਈ ਕੀਤੀ ਪਰ ਇਹ ਤੋਂ ਇੱਕ ਵੀ ਪਦਾ ਨਾ ਬਣ ਆਇਆ। ਵਿਚਾਰ ਸਮੋ ਬਤਾਵੇ। ਸੋ ਲਿਖਦਾ ਹੈ, ਵਿਚਾਰਦਾ ਹੈ, ਵਿਚਾਰਾਂ ਕਰਦਾ ਇਉਂ ਸਮਾਂ ਬਤੀਤ ਕਰਦਾ ਹੈ। ਕਰ ਰਾਇਓ ਸ਼ਬਦ ਨੇ ਬਨਿਓ। ਜਦੋਂ ਬਹੁਤ ਯਤਨ ਕਰ ਲਏ ਇਹਨੇ, ਇੱਕ ਵੀ ਸ਼ਬਦ ਇਹਦੇ ਕੋਲੋਂ ਨਾ ਬਣਿਆ। ਸੋ ਲਿਖਿਓ ਗੁਰੂ ਜੋ ਭਰਿਓ। ਫਿਰ ਉਹ ਸ਼ਬਦ ਲਿਖਣੇ ਸ਼ੁਰੂ ਕਰ ਦਿੱਤੇ ਜਿਹੜੇ ਗੁਰੂ ਸਾਹਿਬ ਦੀ ਗੁਰਬਾਣੀ ਸੀ। ਤਿਸ ਮੈਂ ਸ੍ਰੀ ਨਾਨਕ ਕੋ ਨਾਮ। ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਆਉਂਦਾ ਸੀ ਸ਼ਬਦ ਦੇ ਅੰਤ ਤੇ, ਸੋਨੇ ਜਗਤ ਭਇਓ ਤਿਸ ਠਾਮ। ਉੱਥੇ ਉੱਥੇ ਇਹਨੇ ਨਾਨਕ ਨਾਮ ਨਾ ਲਿਖਿਆ, ਛੱਡ ਦਿੱਤਾ। ਆਪਣੋ ਨਾਮ ਤਾਂ ਲਿਖ ਦੀਨ। ਸਗੋਂ ਉਸ ਜਗ੍ਹਾ ਦੇ ਉੱਤੇ ਆਪਣਾ ਨਾਮ ਹਠੀ ਸਿੰਘ ਲਿਖ ਦਿੱਤਾ। ਕਹੇ ਹਠੀ ਸਿੰਘ ਲਿਖਣ ਲੱਗ ਪਿਆ। ਸਿੱਖਨ ਪਾਸ ਸੁਨਾਵਨ ਪੀਨ। ਆਪਣੇ ਚੇਲਿਆਂ ਕੋਲੇ, ਸਿੱਖਾਂ ਦੇ ਕੋਲੇ ਸੁਣਾਉਂਦਾ ਹੈ ਸ਼ਬਦ। ਏਤਕ ਦਿਵਸ ਕਰਦੇ ਨ ਭਇਓ। ਜਦੋਂ ਕਈ ਦਿਨ ਇਸ ਤਰ੍ਹਾਂ ਕਰਦੇ ਨੂੰ ਹੋ ਗਏ, ਉਸ ਸਮਾਜਿਕ ਮਾਤ ਕੇ ਕਹਿਓ। ਇੱਕ ਸਿੱਖ ਨੇ ਜਾ ਕੇ ਮਾਤਾ ਜੀ ਨੂੰ ਗੱਲ ਦੱਸੀ। ਸ੍ਰੀ ਨਾਨਕ ਕੋ ਨਾਮ ਹਟਾਏ। ਮਾਤਾ, ਤੁਹਾਡੇ ਪੋਤਰੇ ਹਠੀ ਸਿੰਘ ਨੇ ਗੁਰਬਾਣੀ ਦੇ ਸ਼ਬਦਾਂ ਵਿੱਚੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਹਟਾ ਦਿੱਤਾ, ਕੱਟ ਦਿੱਤਾ ਹੈ। ਆਪਣੋ ਲਿਖੇ ਬਣਾਏ। ਸਗੋਂ ਉਸ ਜਗ੍ਹਾ ਦੇ ਉੱਤੇ ਆਪਣਾ ਨਾਮ ਲਿਖ ਕੇ ਸ਼ਬਦਾਂ ਦਾ ਨਵੀਨੀਕਰਨ ਕਰ ਰਿਹਾ ਹੈ। ਸਿੱਖਨ ਕੋ ਉਪਦੇਸ਼ਿਤ ਫਿਰ ਉਹ ਸ਼ਬਦ ਕਹੇ ਹਠੀ ਸਿੰਘ ਲਿਖ ਕੇ ਆਪਣੇ ਸਿੱਖਾਂ ਨੂੰ ਉਪਦੇਸ਼ ਕਰਦਾ, ਜਿਹੜੇ ਦੇ ਚੇਲੇ ਬਣੇ ਹਨ। ਔਰ ਉਹਨਾਂ ਨੂੰ ਕਹਿੰਦਾ ਹੈ ਵੀ ਇਸ ਤਰੀਕੇ ਨਾਲ ਤੁਸੀਂ ਇਹ ਸ਼ਬਦ ਹੁਣ ਲਿਖ ਲਓ ਤੇ ਇਹਨਾਂ ਨੂੰ ਵਾਰ-ਵਾਰ ਪੜ੍ਹੋ। ਸੁਣ ਕੇ ਮਾਤਾ ਸੁੰਦਰੀ ਜੀ ਨੇ ਨੇੜੇ ਬੁਲਾ ਲਿਆ ਇਸ ਨੂੰ। ਤਾੜਨਾ ਕਰਕੇ ਗੁੱਸੇ ਦੇ ਨਾਲ ਮਾਤਾ ਨੇ ਵਾਕ ਉਚਾਰੇ। ਮਾਤਾ ਕਹਿੰਦੇ ਵੀ ਇਹ ਤੂੰ ਕੀ ਕਰਮ ਕਰ ਰਿਹਾ ਭੈੜੀ ਮਤ ਧਾਰਨ ਕਰਕੇ। ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਨਹੀਂ ਵਿਚਾਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਜਾਗਤ ਜੋਤ ਹੈ ਔਰ ਚਾਰੇ ਕੁੰਟਾਂ ਚਾਰੇ ਦਿਸ਼ਾਵਾਂ ਵਿੱਚ ਸਤਿਗੁਰੂ ਜੀ ਦੀ ਮਹਿਮਾ ਫੈਲੀ ਹੋਈ ਹੈ। ਜਿਹੜਾ ਵੀ ਸਿੱਖ ਕੋਈ ਸੁਧ ਭਾਵਨਾ ਕਰਕੇ ਸਤਿਗੁਰੂ ਜੀ ਨੂੰ ਸਿਮਰਦਾ ਯਾਦ ਕਰਦਾ ਹੈ, ਸਤਿਗੁਰੂ ਜੀ ਸਾਰਿਆਂ ਦੇ ਕਾਰਜ ਸਫਲ ਕਰਦੇ ਹਨ। ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀਆ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਤੂੰ ਉਸ ਸਮਰੱਥ ਗੁਰੂ ਸਾਹਿਬ ਜੀ ਦਾ ਨਾਮ ਗੁਰਬਾਣੀ ਵਿੱਚੋਂ ਹਟਾ ਰਿਹਾ ਹੈ। ਮੂਰਖਾ, ਤੂੰ ਉੱਥੇ ਆਪਣਾ ਨਾਂ ਲਿਖ ਧਰਿਆ। ਜਿਹੜੇ ਗੁਰਬਾਣੀ ਨੂੰ ਪੜ੍ਹਨ ਵਾਲੇ ਸਿਆਣੇ ਸਿਆਣੇ ਭਾਵਨਾ ਵਾਲੇ ਸਿੱਖ ਹਨ, ਕੀ ਉਹਨਾਂ ਨੂੰ ਪਰਖ ਨਹੀਂ ਆਵੇਗੀ ਇਹ ਗੁਰੂ ਦੇ ਸ਼ਬਦ ਆ ਜਾਂ ਤੇਰੇ ਉਚਾਰਨ ਕੀਤੇ ਹੋਏ ਹਨ? ਤੂੰ ਆਪਣੀ ਮਹਿਮਾ ਵਾਸਤੇ ਇਹ ਗੱਲਾਂ ਕਹਾਉਣਾ ਕਰਦਾ ਹੈ, ਇਹੋ ਜਿਹੇ ਕਰਮ ਕਰਨ ਲੱਗਿਆ ਭੈੜੇ, ਗੁਰਬਾਣੀ ਬਦਲਣ ਲੱਗਿਆ, ਪਰ ਤੇਰੀ ਮਹਿਮਾ ਨਹੀਂ ਹੋਣੀ, ਤੇਰੀ ਵਡਿਆਈ ਨਹੀਂ ਹੋਣੀ, ਸਗੋਂ ਤੇਰੀ ਨਿੰਦਿਆ ਹੋਵੇਗੀ। ਮਾਤਾ ਜੀ ਕਹਿੰਦੇ ਤੂੰ ਆਪਣੇ ਆਪ ਨੂੰ ਚਤੁਰ ਬਣਿਆ ਚਾਹੁੰਦਾ ਹੈ ਤੇ ਬੜੀ ਬੇਸ਼ਰਮੀ ਧਾਰਨ ਕੀਤੀ ਹੈ। ਜਿਸ ਗੁਰਬਾਣੀ ਨੂੰ ਸੁਣ ਕੇ ਦਰਸ਼ਨ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰੂ ਕੇ ਸਿੱਖ ਸੀਸ ਨਵਾਉਂਦੇ ਹਨ ਔਰ ਸ਼ੁਭ ਮਤ ਵਾਲੇ ਜਿਹੜੇ ਸਾਰੇ ਲੋਕ ਹੈ ਗੁਰਬਾਣੀ ਉੱਤੇ ਸ਼ਰਧਾ ਕਰਨ ਵਾਲੇ, ਇਸ ਗੁਰਬਾਣੀ ਨੂੰ ਸੀਸ ਨਵਾਉਂਦੇ ਆ ਤਾਂ ਬਹੁਤ ਵੱਡਾ ਮਹਾਤਮ ਜਾਣਦੇ ਹਨ।
ਦੇਖ ਕਹਿੰਦੇ ਮੈਂ ਤੈਨੂੰ ਮਸਾਂ ਮਸਾਂ ਕਿਹੜੇ ਹਾਲਾਤਾਂ ਦੇ ਵਿੱਚ ਪਾਲਿਆ ਹੈ, ਬੜ ਹੋਏ ਨਿਵਸਿਓ ਅਸ ਢੀਠ, ਪਰ ਤੂੰ ਵੱਡਾ ਹੋ ਕੇ ਇਹੋ ਜਿਹਾ ਢੀਠ ਨਿਕਲਿਆ। ਇਤਿ ਆਦਤ ਦੁਰਭਾਗ ਕਨੇਰੇ, ਮਾਤਾ ਜੀ ਨੇ ਤਿਆਦ ਕੇ ਨੂੰ ਕੌੜੇ ਬਚਨ ਆਖੇ, ਕਹਿ ਦਰਜਨ ਕੀਨ ਬਡੇਰੇ, ਕਹਿ ਕੇ ਸਮਝਾ ਕੇ ਤਾੜਨਾ ਕੀਤੀ ਮਾਤਾ ਨੇ ਬਹੁਤ ਵਾਰ। ਸੁਰਤ ਹਟੀ ਸੰਗ ਕਰਤਬ ਨਾਮ, ਉਸ ਵੇਲੇ ਹਠੀ ਸਿੰਘ ਮਾਤਾ ਜੀ ਨੂੰ ਕਹਿਣ ਲੱਗਾ, ਮੈਂ ਤੋ ਕੀਏ ਨਏ ਬਨਾਵਨਾ, ਕਹਿੰਦਾ ਮਾਤਾ ਮੈਂ ਨਹੀਂ ਕੋਈ ਗੁਰੂ ਸਾਹਿਬ ਦੇ ਸ਼ਬਦ ਬਦਲੇ, ਸਗੋਂ ਇਹ ਤਾਂ ਮੇਰੀ ਆਪਣੀ ਬਾਣੀ ਹੈ, ਨਵੇਂ ਸ਼ਬਦ ਉਚਾਰੇ ਹਨ। ਸੁਨੋ ਮਾਤ ਜੀ ਤੁਮਰੇ ਪਾਸ, ਸੁਣੋ ਮਾਤਾ ਜੀ ਤੁਹਾਡੇ ਕੋਲ ਆ ਕੇ ਹਰਿਓ ਕਿਸ਼ੂ ਨੇ ਪੂਰ ਪ੍ਰਕਾਸ਼, ਕਿਸੇ ਨੇ ਐਵੇਂ ਝੂਠ ਹੀ ਬੋਲ ਦਿੱਤਾ ਹੈ। ਇਹਨੂੰ ਕਹਿ ਜਗਤੇ ਉਠ ਕਰ ਗਇਓ, ਇਉਂ ਕਹਿ ਕੇ ਮਾਤਾ ਦੇ ਕੋਲੋਂ ਉੱਠ ਕੇ ਚਲਿਆ ਗਿਆ। ਆਦ ਬਿਰਦਾ ਲਖ ਗਰਭਤ ਭਇਓ, ਮਾਤਾ ਨੂੰ ਬਿਰਧ ਜਾਣ ਕੇ ਵੀ ਮਾਤਾ ਕੀ ਕਰ ਸਕਦੀ ਹੈ, ਕੀ ਵਿਗਾੜ ਸਕਦੀ ਹੈ ਮੇਰਾ, ਆਪਣੀ ਜਵਾਨੀ ਦੇ ਹੰਕਾਰ ਵਿੱਚ ਬੜਾ ਗਰਵਦਾ ਹੈ, ਹੰਕਾਰੀ ਹੋਇਆ ਹੈ। ਹਰਿਓ ਕਸ਼ੂ ਨ ਮਨ ਮੈਂ ਮਾਨਾ, ਮਾਤਾ ਨੇ ਬਹੁਤ ਇਹਨੂੰ ਵਰਜਿਆ, ਰੋਕਿਆ, ਸਮਝਾਇਆ, ਪਰ ਇਹਨੇ ਕੋਈ ਵੀ ਗੱਲ ਮਾਤਾ ਦੀ ਮਨ ਵਿੱਚ ਮੰਨੀ ਨਾ। ਨਹੀਂ ਬਹੁਰ ਕਰਨ ਕੋ ਠਾਨਾ, ਇਸੇ ਤਰ੍ਹਾਂ ਹੀ ਬਾਰ-ਬਾਰ ਕਰਨ ਦੀ ਠਾਣ ਲਈ ਵੀ ਮੈਂ ਤਾਂ ਇਸੇ ਤਰ੍ਹਾਂ ਗੁਰਬਾਣੀ ਦੇ ਸ਼ਬਦਾਂ ਨੂੰ ਬਦਲ ਕੇ ਆਪਣਾ ਨਾਮ ਵਿੱਚ ਪਾਵਾਂਗਾ। ਅਵਰ ਨਾਮ ਗੁਰ ਸ਼ਬਦ ਮਜਾਰਾ, ਆਪਣਾ ਨਾਂ ਗੁਰੂ ਦੇ ਸ਼ਬਦਾਂ ਦੇ ਵਿੱਚ ਸੁਣਾਵੇ ਅਨੰਦ ਪ੍ਰਕਾਰ, ਲਿਖਦਾ ਹੈ, ਸੁਣਾਉਂਦਾ ਹੈ ਅਨੇਕਾਂ ਪ੍ਰਕਾਰ ਆਪਣੇ ਸਿੱਖਾਂ ਸੇਵਕਾਂ ਨੂੰ। ਸੁਨ ਸੁਨ ਮਾਤ ਵਿਖੇ ਖਿਜੈ ਬਹੁ ਬਾਰੀ, ਮਾਤਾ ਸੁੰਦਰੀ ਜੀ ਨੂੰ ਵਾਰ-ਵਾਰ ਸ਼ਿਕਾਇਤਾਂ ਪਹੁੰਚਦੀਆਂ, ਪਰ ਮਾਤਾ ਜੀ ਬਹੁਤ ਖਿੱਚਦੇ ਹਨ ਇਸ ਉੱਤੇ। ਬਰਜਤ ਤਰਜਤ ਦੇ ਕਰਗਾਰੀ, ਮਾਤਾ ਜੀ ਨੇ ਇਹਨੂੰ ਬਹੁਤ ਵਰਜਿਆ, ਬੜੀ ਤਾੜਨਾ ਕੀਤੀ, ਬੜੀਆਂ ਗਾਲਾਂ ਵੀ ਕੱਢੀਆਂ। ਉਹ ਬਿਦ ਕਰਤ ਕਰਮਨ ਜੈਸੀ, ਮਾਤਾ ਕਹਿੰਦੀ ਹੈ, ਸਮਝਾਉਂਦੀ ਹੈ ਵੀ ਤੇਰੇ ਪਿਤਾ ਅਜੀਤ ਸਿੰਘ ਨੇ ਜਿਸ ਤਰ੍ਹਾਂ ਦੇ ਭੈੜੇ ਕਰਮ ਕੀਤੇ, ਜਾਨੋ ਨਿਤੈ ਤੂੰ ਹੋਏ ਤੈਸੀ, ਮਾਤਾ ਕਹਿੰਦੀ ਨਿਸ਼ਚੇ ਕਰਕੇ ਮੈਂ ਤਾਂ ਪੱਕੀ ਗੱਲ ਜਾਣ ਲਈ ਵੀ ਤੂੰ ਵੀ ਉਸੇ ਤਰ੍ਹਾਂ ਦਾ ਹੀ ਨਿਕਲਿਆ। ਨ ਵਿਚਾਰਤ ਕਿਆ ਗਤ ਹੋਈ, ਕਹਿੰਦੀ ਕਿਉਂ ਨਹੀਂ ਵਿਚਾਰਦਾ, ਤੇਰੇ ਪਿਤਾ ਦਾ ਕੀ ਹਾਲ ਹੋਇਆ ਸੀ। ਨਿਤ ਪ੍ਰਥਮ ਹੋਏ ਦੁਖਾਵਤ ਸੋਈ, ਨਿੱਤਾ ਪ੍ਰਤੀ ਉਹ ਮੈਨੂੰ ਦੁੱਖ ਦਿੰਦਾ ਸੀ, ਤੂੰ ਵੀ ਦੁੱਖ ਦੇ ਰਿਹਾ ਹੈ। ਹਰੀ ਸਿੰਘ ਹਟ ਧਰੇ ਵਡੇਰਾ, ਪਰ ਹਠੀ ਸਿੰਘ ਨੇ ਤਾਂ ਪੱਕਾ ਹੀ ਹੱਠ ਧਾਰਨ ਕਰ ਲਿਆ, ਜਿੱਦ ਹੀ ਫੜ ਲਈ ਸੀ। ਨਹੀਂ ਕਰਿਓ ਸਮਝਾਏ ਕਨੇਰਾ, ਮਾਤਾ ਨੇ ਬਹੁਤ ਸਮਝਾਇਆ ਪਰ ਇਹ ਟਲਿਆ ਨਾ। ਨਿਗਲ ਮਾਤ ਕੇ ਕਬ ਕਬ ਆਵੈ, ਮਾਤਾ ਜੀ ਦੇ ਕੋਲ ਹੁਣ ਰੋਜ਼ਾਨਾ ਨਹੀਂ ਆਉਂਦਾ, ਪਹਿਲਾਂ ਦੋਵੇਂ ਟਾਈਮ ਆਉਂਦਾ ਸੀ, ਹੁਣ ਕਦੇ ਕਦੇ ਆਉਂਦਾ ਹੈ। ਮਨ ਭਾਵਤ ਕਰ ਦੂਤ ਕਮਾਵੇ, ਪਰ ਜਿਵੇਂ ਇਹਦੇ ਮਨ ਨੂੰ ਭਾਉਂਦਾ ਚੰਗਾ ਲੱਗਦਾ ਉਸੇ ਤਰ੍ਹਾਂ ਦੀਆਂ ਕਰਤੂਤਾਂ ਕਰਦਾ ਹੈ। ਮਾਤ ਸੁੰਦਰੀ ਦੁਖਦ ਵਿਸਾਲੀ, ਮਾਤਾ ਸੁੰਦਰੀ ਜੀ ਬਹੁਤ ਦੁੱਖ ਦੇ ਵਿੱਚ ਦੁਖੀ ਹੁੰਦੇ ਹਨ। ਜਾਨਲੀਨ ਮਨ ਕੋਟ ਕੁਚਾਲੀ, ਜਾਣ ਲਿਆ ਮਾਤਾ ਨੇ ਕਿ ਇਹ ਖੋਟਾ ਹੈ, ਭੈੜੀ ਚਾਲ ਚੱਲਣ ਲੱਗ ਪਿਆ। ਸੈਨ ਸਗੈ ਕਰਤੂਤ ਕਢਾਲੀ, ਇਹਦੀ ਜਿਹੜੀ ਭੈੜੀ ਕਰਤੂਤ ਹੈ, ਭੈੜੀਆਂ ਚਾਲਾਂ, ਇਹਨਾਂ ਨੂੰ ਸਹਿਣ ਨਾ ਕੀਤਾ ਮਾਤਾ ਨੇ। ਸੈ ਚਲੇ ਨੇ ਬਿਸ ਬਸ ਤਿਨ ਨਾਲ ਤਿਸ ਨਾਲੀ, ਮਾਤਾ ਜੀ ਗੁੱਸੇ ਤਾਂ ਬਹੁਤ ਹੁੰਦੇ ਆ, ਪਰ ਇਹਦੇ ਉੱਤੇ ਮਾਤਾ ਦਾ ਹੁਣ ਵਸ ਨਹੀਂ ਚੱਲਦਾ ਕੋਈ। ਅਜੀਤ ਸਿੰਘ ਕੇ ਤੇ ਮਾਨਾ, ਮਾਤਾ ਨੇ ਮੰਨ ਲਿਆ ਵੀ ਇਹ ਵੀ ਅਜੀਤ ਸਿੰਘ ਵਰਗਾ ਨਿਠੱਲਾ ਢੀਠ ਹੈ। ਹਰਿਓ ਸੁਨੇਹ ਦੇ ਤੇ ਹਾਨਾ, ਉਸ ਵੇਲੇ ਜਿਵੇਂ ਅਜੀਤ ਸਿੰਘ ਨੂੰ ਤਿਆਗ ਦਿੱਤਾ ਸੀ ਨਾ ਮਾਤਾ ਨੇ, ਪਿੱਛੇ ਇਤਿਹਾਸ ਆਇਆ, ਉਸੇ ਤਰ੍ਹਾਂ ਇਹਦੇ ਪੁੱਤਰ ਹਠੀ ਸਿੰਘ ਆਪਣੇ ਪੋਤਰੇ ਨੂੰ ਵੀ ਮਾਤਾ ਨੇ ਤਿਆਗ ਦਿੱਤਾ, ਇਹਦਾ ਪ੍ਰੇਮ ਮਨ ਵਿੱਚੋਂ ਕੱਢ ਦਿੱਤਾ। ਕੋਪ ਕਰੈ ਸੋ ਮਾਨੈ ਨਾਹੀ, ਬਹੁਤ ਗੁੱਸੇ ਹੁੰਦੀ ਹੈ ਮਾਤਾ, ਪਰ ਇਹ ਮੰਨਦਾ ਨਹੀਂ। ਹਰਿਓ ਜਾਉ ਦਿੱਲੀ ਪਰਮਾਹੀ, ਚਾਹੁੰਦਾ ਮਾਤਾ ਜੀ ਨੇ ਫਿਰ ਇਹ ਚਾਹਨਾ ਕੀਤੀ, ਇੱਛਾ ਕੀਤੀ ਕਿ ਮੈਨੂੰ ਦਿੱਲੀ ਨਗਰ ਵਿਖੇ ਹੀ ਚਲੇ ਜਾਣਾ ਚਾਹੀਦਾ ਹੈ। ਇੱਕ ਦਿਵਸ ਵਿਚਾਰਨ ਕਰੀ, ਇਉਂ ਮਾਤਾ ਨੇ ਕਈ ਦਿਨ ਇਸ ਗੱਲ ਨੂੰ ਵਿਚਾਰਿਆ। ਪਿਆਰ ਹੋਏ ਸਿੰਦਨ ਪਰ ਚਰੀ, ਤਿਆਰ ਹੋ ਕੇ ਮਾਤਾ ਜੀ ਰੱਥ ਦੇ ਉੱਤੇ ਸਵਾਰ ਹੋ ਗਏ। ਜੋਰ ਬਨ ਰਹਿਓ ਹਟਾਏ, ਇਹ ਹਠੀ ਸਿੰਘ ਆਇਆ, ਮਾਤਾ ਜੀ ਨੂੰ ਰੋਕਦਾ, ਹੱਥ ਜੋੜਦਾ, ਮਾਤਾ ਜੀ ਤੁਸੀਂ ਨਾ ਜਾਓ, ਦਾਦੀ ਮਾਤਾ ਨਾ ਜਾਓ। ਨਾੜੀ ਕਣੀਰ ਸਪਾਏ, ਪਰ ਮਾਤਾ ਜੀ ਨਾ ਹਟੇ, ਮਾਤਾ ਜੀ ਦੇ ਮਨ ਵਿੱਚ ਗੁੱਸਾ ਹੀ ਬਹੁਤ ਸੀ। ਤਲ ਕਰ ਬੰਤ ਰੰਗਤ ਸਾਰੇ, ਸੋ ਮਾਤਾ ਜੀ ਚੱਲ ਪਏ, ਰੱਥ ਦੇ ਉੱਤੇ ਸਵਾਰ ਹੋ ਕੇ ਰਸਤਾ ਲੰਘਦੇ ਜਾ ਰਹੇ ਹਨ ਦਿੱਲੀ ਵੱਲ ਨੂੰ। ਤੇ ਹਠੀ ਸਿੰਘ ਨੇ ਰੋਕਣ ਦੇ ਯਤਨ ਬੜੇ ਕੀਤੇ, ਕਿਉਂਕਿ ਪਤਾ ਸੀ ਮਾਤਾ ਕਰਕੇ ਧਨ ਆਉਂਦਾ, ਧਨ ਦੇ ਨਾਲ ਜੁੜਿਆ ਹੋਇਆ ਸੀ, ਮਾਇਆ ਨਾਲ ਜੁੜਿਆ ਸੀ। ਪਰ ਮਾਤਾ ਜੀ ਦੇ ਕਹਿਣ ਤੇ ਨਾ ਰੁਕੇ, ਰੱਥ ਦੇ ਉੱਤੇ ਸਵਾਰ ਹੋ ਕੇ ਸਾਰਾ ਰਸਤਾ ਲੰਘ ਕੇ ਸੰਗਤ ਆਈ ਸੁਨਤ ਗਾਰੀ, ਦਿੱਲੀ ਦੇ ਨੇੜੇ ਪਹੁੰਚ ਕੇ ਦਿੱਲੀ ਦੀ ਸੰਗਤ ਨੇ ਮਾਤਾ ਦਾ ਆਉਣਾ ਸੁਣਿਆ ਤੇ ਸਤਿਕਾਰ ਵਾਸਤੇ ਅੱਗੇ ਆਏ। ਸਨਮਾਨ ਸਹਿਤ ਲੈ ਗਏ, ਬਹੁਤ ਮਾਣ ਸਨਮਾਨ ਸਹਿਤ ਗੁਰੂ ਕੇ ਸਿੱਖ ਮਾਤਾ ਜੀ ਨੂੰ ਦਿੱਲੀ ਵਿੱਚ ਲੈ ਕੇ ਗਏ। ਕੋਰਨ ਬੰਧਨ ਗਏ,
ਮਾਤਾ ਜੀ ਦੇ ਅੱਗੇ ਬਹੁਤ ਸਾਰੀਆਂ ਭੇਟਾਵਾਂ ਰੱਖੀਆਂ, ਨਮਸਕਾਰਾਂ ਕੀਤੀਆਂ। ਆਪਣੇ ਘਰ ਮੈਂ ਪ੍ਰਵੇਸ਼ੀ ਜਾਏ। ਮਾਤਾ ਜੀ ਜਿਹੜਾ ਘਰ ਛੱਡ ਕੇ ਆਏ ਸੀ, ਦਿੱਲੀ ਦੇ ਸਿੱਖਾਂ ਨੇ ਨਵਾਂ ਘਰ ਬਣਾ ਕੇ ਦਿੱਤਾ ਸੀ ਮਾਤਾ ਸੁੰਦਰੀ ਜੀ ਦੇ ਮਹਿਲ ਗੁਰਦੁਆਰਾ ਬਾਲਾ ਸਾਹਿਬ ਦੇ ਨੇੜੇ। ਉਸ ਅਸਥਾਨ ਦੇ ਉੱਤੇ ਫਿਰ ਤੋਂ ਜਾ ਟਕੇ ਦਰਸ਼ਨ ਕਰੇ ਸਿੱਖ ਸਮੁਦਾਇ। ਸਾਰੇ ਸਿੱਖ ਆ ਕੇ ਮਾਤਾ ਦੇ ਦਰਸ਼ਨ ਕਰਦੇ ਹਨ। ਆਜ ਘਟ ਗੁਰੂ ਕੇ ਜੋ। ਔਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਖਸ਼ੇ ਹੋਏ ਜਿਹੜੇ ਸ਼ਸਤਰ ਸਨ, ਆਨੇ ਸੰਗ ਪੂਜ ਤਿਨ ਹੋ। ਮਾਤਾ ਜੀ ਉਹ ਆਪਣੇ ਨਾਲ ਹੀ ਲੈ ਆਏ ਸਨ। ਉਹਨਾਂ ਦੀ ਪੂਜਾ ਫਿਰ ਇੱਥੇ ਸ਼ੁਰੂ ਕਰਵਾਈ। ਰਾਜਾ ਰਾਮ ਸੋ ਸ਼ਾਹ ਵਜ਼ੀਰ। ਇੱਥੇ ਦਾ ਜਿਹੜਾ ਰਾਜਾ ਸੀ ਸਾਧ ਸੰਗਤ ਜੀ ਮੁਹੰਮਦ ਸ਼ਾਹ ਰੰਗੀਲਾ, ਉਹਦਾ ਇੱਕ ਵਜ਼ੀਰ ਸੀ ਜਿਹਦਾ ਨਾਮ ਰਾਜਾ ਰਾਮ ਸੀ। ਸੁਨ ਕਰ ਆਏ ਸੁੰਦਰੀ ਧੀਰ। ਉਹ ਵੀ ਖਬਰ ਉਸ ਨੂੰ ਜਦੋਂ ਮਿਲੀ, ਮਾਤਾ ਜੀ ਦੇ ਕੋਲ ਦਰਸ਼ਨ ਕਰਨ ਵਾਸਤੇ ਚੱਲ ਕੇ ਆਇਆ। ਦਇਓ ਦਰਬ ਬੰਦਨ ਬਹੁ ਕੀਨ। ਬਹੁਤ ਸਾਰਾ ਧਨ ਰੱਖ ਕੇ ਨੇ ਮੱਥਾ ਟੇਕਿਆ, ਮਾਤਾ ਜੀ ਨੂੰ ਨਮਸਕਾਰ ਕੀਤੀ। ਮਾਤ ਖੁਸ਼ੀ ਕਰ ਆਸ਼ਿਕ ਦੀਨ। ਮਾਤਾ ਜੀ ਇਹਦੇ ਉੱਤੇ ਖੁਸ਼ ਹੋਏ, ਖੁਸ਼ੀ ਵਿੱਚ ਆ ਕੇ ਇਹਨੂੰ ਆਸ਼ੀਰਵਾਦ ਦਿੱਤਾ, ਅਸੀਸ ਦਿੱਤੀ। ਪੂਰਬ ਕੇ ਪ੍ਰਸੰਗ ਪੁਨ ਕਹੇ। ਫਿਰ ਇਹਨੇ ਸਾਰੇ ਪੂਰਬਲੇ ਜਿਹੜੇ ਪਿਛਲੇ ਪ੍ਰਸੰਗ ਸੀ ਮਾਤਾ ਜੀ ਨੂੰ ਦੱਸੇ। ਰੀਤ ਸੰਗ ਮ੍ਰਿਤੂ ਰਹੇ। ਕਹਿੰਦੇ ਮਾਤਾ ਅਜੀਤ ਸਿੰਘ ਤੇਰਾ ਪੁੱਤਰ ਕਹਾਉਂਦਾ ਸੀ, ਪਰ ਅੱਜ ਉਹ ਕਿੱਥੇ ਹੈ, ਮਿਰਤੂ ਨੂੰ ਪ੍ਰਾਪਤ ਹੋ ਗਿਆ। ਹੋਨਹਾਰ ਸੋ ਮਿਟਤ ਨ ਕਬੈ। ਮਾਤਾ ਜੀ ਹੋਣਹਾਰ ਸੀ, ਉਹਦੀ ਹੋਣੀ ਐਵੇਂ ਸੀ, ਨਹੀਂ ਤੁਹਾਡੇ ਘਰ ਵਿੱਚ ਕੋਈ ਘਾਟਾ ਤਾਂ ਨਹੀਂ ਸੀ, ਪਰ ਤੁਹਾਡੇ ਤੋਂ ਵੀ ਬੇਮੁਖ ਹੋਇਆ, ਬੜੇ ਭੈੜੇ ਕੰਮ ਕੀਤੇ ਉਹਨੇ, ਹੋਣੀ ਜਿਹੜੀ ਉਹਦੀ ਮਿਟੀ ਨਹੀਂ। ਬੁੱਧ ਬਲ ਤੇ ਪ੍ਰਯਾਸ ਕਰ ਸਦੈ। ਉਹਨੇ ਆਪਣੀ ਬੁੱਧੀ ਵੀ ਬੜੀ ਲਾਈ, ਆਪਣਾ ਬਲ ਵੀ ਬੜਾ ਲਾਇਆ, ਬੜੇ ਯਤਨ ਕੀਤੇ। ਹੁਣ ਮਾਤਾ ਨੇ ਭਰਿਓ ਬਰਤੰਤ। ਫਿਰ ਮਾਤਾ ਜੀ ਨੇ ਸਾਰਾ ਪ੍ਰਸੰਗ ਆਖਿਆ। ਮਰਗੋ ਸੰਕਟ ਰਹੇ ਅਨੰਤ। ਮਾਤਾ ਕਹਿਣ ਲੱਗੀ ਅਜੀਤ ਸਿੰਘ ਨੂੰ ਮੈਂ ਪਾਲਿਆ, ਮਹਾਰਾਜ ਦੇ ਬਚਨ ਨਹੀਂ ਮੰਨੇ, ਜਿਸ ਕਰਕੇ ਮੇਰੇ ਉੱਤੇ ਬੜੇ ਸੰਕਟ ਰਹੇ। ਲੜ ਕਰ ਜਬ ਅਜੀਤ ਸਿੰਘ ਮਾਰਾ। ਜਦੋਂ ਅਜੀਤ ਸਿੰਘ ਲੜਦਾ ਹੋਇਆ, ਇੱਥੇ ਲੜਾਈ ਹੋਈ, ਜੰਗ ਹੋਈ ਤੇ ਮਾਰਿਆ ਗਿਆ। ਪੀਛੇ ਲੁਟਿਓ ਮੋਹਿ ਕਰ ਸਾਰਾ। ਉਸ ਤੋਂ ਬਾਅਦ ਜਿਹੜਾ ਮੇਰਾ ਘਰ ਸੀ ਜਿੱਥੇ ਅਜੀਤ ਸਿੰਘ ਰਹਿੰਦਾ ਸੀ, ਤੁਹਾਡੀਆਂ ਫੌਜਾਂ ਨੇ ਉਹ ਮੇਰਾ ਸਾਰਾ ਘਰ ਵੀ ਲੁੱਟ ਲਿਆ। ਵਸਤ ਸ਼ਾ ਕੇ ਗਈ ਖਜ਼ਾਨੇ। ਸਾਰੀਆਂ ਜਿਹੜੀਆਂ ਵਸਤੂਆਂ ਸੀ ਉਹ ਤੁਹਾਡੇ ਬਾਦਸ਼ਾਹ ਦੇ ਖਜ਼ਾਨੇ ਵਿੱਚ ਲੈ ਗਏ ਚੁੱਕ ਕੇ। ਜੋ ਕਿਛੂ ਨਾ ਮਮ ਕਰ ਜਾਣੇ। ਪਰ ਕਿਸੇ ਨੇ ਉਹਨਾਂ ਨੂੰ ਵਰਜਿਆ ਨਾ, ਕਿਸੇ ਨੇ ਰੋਕਿਆ ਨਾ, ਕਿ ਇਹ ਤਾਂ ਮਾਤਾ ਜੀ ਦਾ ਘਰ ਆ, ਅਜੀਤ ਸਿੰਘ ਦਾ ਇਹਦੇ ਵਿੱਚ ਕੀ ਸੀ, ਕਿਸੇ ਨੇ ਰੋਕਿਆ ਟੋਕਿਆ ਨਾ। ਰਾਜਾ ਰਾਮ ਸੁੰਦ ਕੈ ਧੀਰ। ਉਸ ਵੇਲੇ ਰਾਜਾ ਰਾਮ ਜਿਹੜਾ ਵਜ਼ੀਰ ਸੀ ਬਾਦਸ਼ਾਹ ਦਾ, ਸੁਣ ਕੇ ਉਹਨੇ ਮਾਤਾ ਜੀ ਨੂੰ ਹੌਸਲਾ ਦਿੱਤਾ। ਮੈਂ ਅਬ ਕਉ ਸ਼ਾਹ ਕੇ ਧੀਰ। ਮਾਤਾ ਜੀ ਤੁਹਾਡੀ ਜਿਹੜੀ ਇਹ ਗੱਲਬਾਤ ਹੈ ਨਾ, ਸਾਰੀ ਮੈਂ ਬਾਦਸ਼ਾਹ ਦੇ ਕੋਲ ਜਾ ਕੇ ਕਰਾਂਗਾ। ਏਮ ਸੁਨਾਏ ਵਿੱਚ ਦੁਰਗ ਬਿਆਨਾ। ਇਉਂ ਜਾ ਕੇ ਇਹਨੇ ਸਾਰੀ ਮਾਤਾ ਜੀ ਦੀ ਗੱਲਬਾਤ ਸੀ ਜਿਹੜੀ ਕਿ ਮਾਤਾ ਦਾ ਘਰ ਐਵੇਂ ਲੁੱਟ ਲਿਆ ਤੁਹਾਡੀਆਂ ਫੌਜਾਂ ਨੇ, ਸਾਰੀ ਬਾਦਸ਼ਾਹ ਨੂੰ ਜਾ ਕੇ ਲਾਲ ਕਿਲੇ ਵਿੱਚ ਕਹਿ ਸੁਣਾਈ। ਸ਼ਾਹ ਸੁਨੀਪ ਵਰਤੰਤ ਬਖਾਨਾ। ਮੁਹੰਮਦ ਸ਼ਾਹ ਰੰਗੀਲਾ ਬਾਦਸ਼ਾਹ ਦੇ ਕੋਲ ਸਾਰਾ ਪ੍ਰਸੰਗ ਕਹਿ ਸੁਣਾਇਆ, ਪ੍ਰਥਮ ਬਹਾਦਰ ਸ਼ਾਹ ਵਡੇਰੇ। ਤੇ ਨਾਲੇ ਇਹ ਗੱਲਾਂ ਵੀ ਦੱਸੀਆਂ ਕਿ ਜਿਹੜਾ ਤੁਹਾਡਾ ਪਹਿਲਾਂ ਬਹਾਦਰ ਸ਼ਾਹ ਵਡੇਰਾ ਹੋਇਆ ਹੈ, ਇਸ ਪਰ ਸਰਬਰ ਖੁਸ਼ੀ ਕਨੇਰੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਉੱਤੇ ਬਹੁਤ ਖੁਸ਼ੀਆਂ ਕੀਤੀਆਂ ਸਨ। ਸੰਤਨ ਦੀਨ ਫੇਰ ਤੁਮ ਘਰ ਸੋ। ਤੁਹਾਡੇ ਤੁਰਕ ਰਾਜ ਜਿਹੜਾ ਖਤਮ ਹੋ ਰਿਹਾ ਸੀ ਔਰੰਗਜ਼ੇਬ ਤੋਂ ਬਾਅਦ, ਉਹਦਾ ਪੁੱਤਰ ਤਾਰਾ ਆਜਮ ਉਹਦੀ ਜਗ੍ਹਾ ਦੇ ਉੱਤੇ, ਆਪਣੇ ਪਿਤਾ ਦੀ ਜਗ੍ਹਾ ਦੇ ਉੱਤੇ ਬਾਦਸ਼ਾਹ ਬਣ ਗਿਆ ਸੀ, ਪਰ ਉਹਨੂੰ ਮਾਰ ਕੇ ਬਹਾਦਰ ਸ਼ਾਹ ਦੀ ਸ਼ਰਧਾ ਭਾਵਨਾ ਦੇਖ ਕੇ ਉਹਨੂੰ ਰਾਜ ਦਿੱਤਾ ਸੀ ਸਤਿਗੁਰੂ ਨੇ। ਤਾਰਾ ਆਜਮ ਹੱਥ ਇੱਕ ਸਰਸੋ। ਔਰ ਤਾਰਾ ਆਜਮ ਨੂੰ ਸਤਿਗੁਰੂ ਨੇ ਇੱਕੇ ਤੀਰ ਦੇ ਨਾਲ ਮਾਰ ਦਿੱਤਾ ਸੀ। ਗੁਰ ਕੀ ਗੇਨ ਵਿੱਚ ਪੁਰੀ। ਸੋ ਉਸ ਗੁਰੂ ਸਾਹਿਬ ਦੀ ਜਿਨ੍ਹਾਂ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ, ਤੁਹਾਨੂੰ ਆ ਸਲਤਨਤ ਬਖਸ਼ੀ ਹੈ, ਉਹਨਾਂ ਦੀ ਸੁਪਤਨੀ, ਉਹਨਾਂ ਦੇ ਮਹਿਲ ਇਸ ਦਿੱਲੀ ਨਗਰੀ ਦੇ ਵਿੱਚ ਰਹਿੰਦੇ ਸਨ। ਸਮਾਂ ਬਿਤਾਵਨ ਕੇ ਹਿਤ ਥਰੀ। ਆਪਣੀ ਉਮਰ ਆਪਣਾ ਸਮਾਂ ਲੰਘਾਉਣ ਵਾਸਤੇ ਇੱਥੇ ਸਥਿਤ ਸਨ। ਤੇ ਕਰ ਲੂਟ ਖਜ਼ਾਨੇ ਡਰ। ਪਰ ਉਹਨਾਂ ਦਾ ਘਰ ਲੁੱਟ ਕੇ ਉਹਨਾਂ ਦੇ ਪਾਲਕ ਪੋਤਰੇ ਅਜੀਤ ਸਿੰਘ ਨੂੰ ਮਾਰਨ ਵੇਲੇ ਤੁਹਾਡੀ ਫੌਜ ਨੇ ਸਾਰਾ ਕੁਝ ਸ਼ਾਹੀ ਖਜ਼ਾਨੇ ਵਿੱਚ ਲਿਆ ਪਾਇਆ। ਇਹ ਤੁਮ ਕੋ ਹੈ ਬੋ ਕਰਿਆਰਾ। ਤੇ ਕਹਿਣ ਲੱਗਾ ਬਾਦਸ਼ਾਹ, ਜਿਸ ਗੁਰੂ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ, ਉਸ ਗੁਰੂ ਦੇ ਘਰ ਨੂੰ ਲੁੱਟ ਲੈਣਾ
ਆਪਣੇ ਖਜ਼ਾਨੇ ਵਿੱਚ ਮਿਲਾ ਲੈਣਾ, ਇਹ ਤਾਂ ਤੇਰੇ ਵਾਸਤੇ ਬਹੁਤ ਬੁਰੀ ਬਾਤ ਹੈ। ਗੁਰ ਪੀਰਨ ਕੋ ਅਦਬ ਵਡੇਰਾ, ਗੁਰੂ ਪੀਰਾਂ ਦਾ ਤਾਂ ਵੱਡਾ ਅਦਬ ਸਤਿਕਾਰ ਕਰਨਾ ਚਾਹੀਦਾ ਹੈ, ਪ੍ਰਾਪਤ ਮੈਂ ਲੋਕ ਕਲੇਰਾ। ਜਿਸ ਨਾਲ ਲੋਕ ਪਰਲੋਕ ਦੇ ਬਹੁਤ ਘਣੇ ਸੁਖ ਪ੍ਰਾਪਤ ਹੁੰਦੇ ਹਨ। ਸੁਨਤ ਸਾਬਰ ਤਰਾਸ ਵਿਚਾਰਾ, ਇਉਂ ਸੁਣ ਕੇ ਸਾਰੀ ਗੱਲਬਾਤ ਇਹ ਮੁਹੰਮਦ ਸ਼ਾਹ ਨੇ ਮਨ ਦੇ ਵਿੱਚ ਬੜਾ ਡਰ ਧਾਰਨ ਕੀਤਾ, ਬੜਾ ਇਹਦੇ ਹਿਰਦੇ ਵਿੱਚ ਭੈ ਹੋਇਆ। ਭਇਓ ਸਮਾਜ ਫੇਰ ਦਿਓ ਸਾਰਾ, ਉਸ ਵੇਲੇ ਨੇ ਹੁਕਮ ਕਰ ਦਿੱਤਾ ਕਿ ਜਿੰਨਾ ਸਾਜੋ ਸਮਾਨ ਮਾਤਾ ਦੇ ਘਰ ਵਿੱਚੋਂ ਲੁੱਟਿਆ ਨਾ, ਉਹ ਸਾਰਾ ਵਾਪਸ ਕਰ ਦਿਓ। ਦਰਸ਼ਨ ਰਾਜਾ ਰਾਮ ਆਨੰਦ, ਉਸ ਵੇਲੇ ਜਿਹੜਾ ਰਾਜਾ ਰਾਮ ਵਜ਼ੀਰ ਸੀ ਇਹ ਬਾਦਸ਼ਾਹ ਦਾ, ਉਹ ਬੜਾ ਆਨੰਦ ਹੋਇਆ, ਖੁਸ਼ ਹੋਇਆ। ਸਾਇਓ ਜੈ ਧਰਿਓ ਬਿਲੰਦ, ਸਾਰਾ ਉਹ ਜਿਹੜਾ ਧਨ ਪਦਾਰਥ ਸੀ, ਸਾਜੋ ਸਮਾਨ ਸੀ, ਜਿੱਥੇ ਧਰਿਆ ਹੋਇਆ ਸੀ ਸ਼ਾਹੀ ਖਜ਼ਾਨੇ ਵਿੱਚ, ਉਹ ਕਢਾ ਲਿਆ ਇਸਨੇ। ਮਾਤ ਸੁੰਦਰੀ ਸਦਨ ਪਹੁੰਚਾਇਓ, ਮਾਤਾ ਸੁੰਦਰੀ ਜੀ ਦੇ ਘਰ ਵਿੱਚ ਪਹੁੰਚਾ ਦਿੱਤਾ। ਵਿਜੈ ਮਕਾਨ ਹਰ ਕੋ ਬਜਾਇਓ, ਮਾਤਾ ਜੀ ਨੂੰ ਬੇਨਤੀਆਂ ਕਰਦੇ ਹੋਏ ਇਹਨੇ ਸਾਧ ਸੰਗਤ ਜੀ ਬੜੀ ਖੁਸ਼ੀ ਦੇ ਸਹਿਤ ਸਾਰਾ ਕੁਝ ਪਹੁੰਚਾ ਦਿੱਤਾ। ਦਿੱਲੀਪੁਰ ਮੈਂ ਪ੍ਰਥਮ ਸਮਾਨ, ਔਰ ਦਿੱਲੀਪੁਰੀ ਵਿੱਚ, ਦਿੱਲੀ ਨਗਰ ਦੇ ਵਿੱਚ ਪਹਿਲਾਂ ਦੇ ਵਾਂਗਰ ਹੀ ਵਸਨ ਲਗੀ ਬਿਰਦਾ ਮਹਾਨ। ਮਾਤਾ ਸੁੰਦਰੀ ਜੀ ਫਿਰ ਵਸਣ ਲੱਗ ਪਏ, ਜਿਨ੍ਹਾਂ ਦੀ ਉਮਰ ਬਹੁਤ ਬਿਰਧ ਹੋ ਚੁੱਕੀ ਹੈ, ਬਜ਼ੁਰਗ ਹੋ ਚੁੱਕੇ ਹਨ। ਅੱਗੇ ਜਿਵੇਂ ਮਾਤਾ ਜੀ ਦਾ ਗੁਰਪੁਰੀ ਪਿਆਨਾ ਆਵੇਗਾ, ਹਠੀ ਸਿੰਘ ਦਾ ਹੋਰ ਪ੍ਰਸੰਗ ਆਵੇਗਾ, ਸੋ ਇਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਕਥਾ ਵਿਚਾਰਨ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਦੇ ਜਾਚਕ ਹਾਂ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਸ਼ਾਮਲ ਹੋਈਏ ਜੀ।